हे प्राणनाथ गोविंद कृपा निधान जगत गुरु। हे संसार तापहरण करुणा मैं सब दुख हरो। हे शरण जोग दयाल दीनानाथ मया करो। शरीर स्वस्थ क्षीण समय सिमरंत नानक राम दामोदर माधव। निमाणिको प्रबदित मान मूढ़ मुग्ध होए। चतुर सुज्ञान किस रूप नहीं किस जात नाही। किस ढंग ना मेरा क्या मुँह लै बोले गुण विहूण। नाम जपया ना तेरा क्या मुँह लै बोल है गुण विहूण। नाम जपया ना तेरा। निमाणिया नूं माण बेसमझा नूं समझ। सूझ बूझ ਡਿਪਰੈਸ਼ਨ ਮਨ ਦੇ ਹਨੇਰੇ ਨੂੰ ਅੰਧਕਾਰ ਨੂੰ ਕੱਢ ਕੇ ਨਿਰੰਕਾਰ ਨਾਲ ਮਿਲਾਉਣ ਵਾਲੇ ਸਾਂਝੇ ਰਹਿਬਰ ਮਨੁੱਖਤਾ ਦਾ ਭਲਾ ਕਰਨ ਵਾਲੇ ਸ਼ਬਦਾ ਅਵਤਾਰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੇ ਪਾਵਨ ਹਜ਼ੂਰੀ ਅੰਦਰ ਇਲਾਹੀ ਬਾਣੀ ਕੀਰਤਨ ਰੂਪ ਵਿੱਚ गुरु के कीर्तनीय भाई साहब भाई स्वरण सिंह जी मिठा टवाणा तिन्हां दे नाल साथ निभा रहे साइड ते भाई बलवीर सिंह तबले की सेवा भाई जीवन सिंह जी निभा रहे सन। उन्हां पासों आपां इलाही बाणी नूं कीर्तन रूप विच बड़े प्यार नाल सरवण कीता है। जो आपां लड़ीवार शब्द की विचार करनी है तिन्हां ने सानू बहुत ही प्यारे सुसज्जे ढंग नाल गा के सुनाया है। आओ हुण उस शब्द की विचार नाल जुड़िए। विचारण तो पहला सुरतियां बिरतियां इकागर कर लईए। जिथे साडा तन है ना साध संगत दी मन का टिका बनाइए। जो शब्द ने सानू सोझी कराई है उन्हों समझण दा जतन करिए। कोई रसना वांझी ना रह जावे। सतनाम श्री वाहेगुरु सतनाम श्री वाहेगुरु साहेब जी। गौड़ी महला पंजवा। करे दोह कर्म दिखावे होर राम की दरगाह बाधा चोर। करे दोह कर्म दिखावे होर राम की दरगाह बाधा चोर। राम रमै सोई रामाणा जल थल महियल एक समाना। राम रमै सोई रामाणा जल थल महियल एक समाना। साहिब श्री गुरु अर्जन साहब महाराज
ਪਾਵਨ ਸ਼ਬਦ ਵਿੱਚ ਅੱਜ ਇਹ ਸਮਝਾ ਰਹੇ ਨੇ ਕਿ ਮਨੁੱਖ ਜੋ ਕੁਝ ਹੈ ਉਹ ਛਪਾ ਰਿਹਾ ਹੈ, ਜੋ ਕੁਝ ਨਹੀਂ ਉਹ ਵਿਖਾ ਰਿਹਾ। ਸਾਰੇ ਸ਼ਬਦ ਦਾ ਨਿਚੋੜ ਸਾਧ ਸੰਗਤ ਆ ਹੈ, ਜੋ ਮਨੁੱਖ ਹੈ ਨਾ, ਜੋ ਅਸਲੀਅਤ ਹੈ ਨਾ, ਉਹਨੂੰ ਛਪਾਉਣ ਦਾ ਯਤਨ ਕਰਦਾ ਰਹਿੰਦਾ ਹੈ ਤੇ ਉਸ ਨੂੰ ਛਪਾਉਣ ਦੇ ਯਤਨ ਕਰਦਿਆਂ ਕਰਦਿਆਂ ਆਪਣੀ ਸਾਰੀ ਦੀ ਸਾਰੀ ਉਮਰ ਨੂੰ ਗਾਲ ਲੈਂਦਾ। ਫਿਰ ਧਿਆਨ ਦਿਆ ਜੀ, ਅੱਜ ਦਾ ਸ਼ਬਦ ਇਹ ਸਾਨੂੰ ਦੱਸ ਰਿਹਾ ਹੈ, ਜੋ ਕੁਝ ਮਨੁੱਖ ਹੈ ਉਸ ਨੂੰ ਛਪਾਉਣ ਵਾਸਤੇ, ਛਪਾਉਣ ਦਾ ਯਤਨ ਕਰਦਿਆਂ ਕਰਦਿਆਂ ਆਪਣੀ ਸਾਰੀ ਉਮਰ ਗਾਲ ਲੈਂਦਾ ਹੈ। ਜੋ ਹੈ ਨਹੀਂ ਉਸ ਨੂੰ ਵਿਖਾਉਣ ਵਾਸਤੇ ਸਾਰੀ ਦੀ ਸਾਰੀ ਉਮਰ ਉਸੇ ਪਾਸੇ ਲਾ ਲੈਂਦਾ ਹੈ। ਜੋ ਹੈ ਨਹੀਂ ਹੈ ਨਾ, ਉਹਨੂੰ ਵਿਖਾਉਣ ਵਾਸਤੇ ਬੜੀਆਂ ਬੜੀਆਂ ਐਡਵਰਟਾਈਜ਼ਾਂ ਦੇਣੀਆਂ ਪੈਂਦੀਆਂ ਨੇ, ਬੜੇ ਬੜੇ ਲਿਬਾਸ ਪਾਉਣੇ ਪਾਉਂਦੇ ਨੇ, ਬੜੇ ਬੜੀਆਂ ਬਾਹਰ ਦੇ ਧਾਰਮਿਕ ਚਿੰਨ੍ਹ ਲਾਉਣੇ ਪੈਂਦੇ ਨੇ ਵੀ ਲੋਕੀ ਮੈਨੂੰ ਕਹਿਣ ਵੀ ਬੜਾ ਫਲਾਣਾ ਬੰਦਾ ਧਰਮੀ ਹੈ। ਬੜੇ ਇਹਨੇ ਧਾਰਮਿਕ ਲਿਬਾਸ ਪਾਇਆ, ਬੜੇ ਇਹਨੇ ਧਾਰਮਿਕ ਚਿੰਨ੍ਹ ਲਾਏ ਨੇ, ਇਹਦਾ ਪਹਿਰਾਵਾ ਜਿਹੜਾ ਹੈ ਧਾਰਮਿਕ ਹੈ, ਇਹ ਧਰਮੀ ਬੰਦਾ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਬਾਹਰ ਦੇ ਚਿੰਨ੍ਹਾਂ ਨਾਲ, ਬਾਹਰ ਦੇ ਪਹਿਰਾਵੇ ਨਾਲ ਨਿਰਾ ਧਰਮੀ ਨਹੀਂ ਬਣ ਸਕਦਾ ਜੀ। ਮੇਰੇ ਸਾਹਿਬ ਜੀ ਕਹਿੰਦੇ ਨੇ ਅੰਦਰ ਵੀ ਤੇਰੇ ਹੋਵੇ, ਜੋ ਤੇਰੇ ਅੰਦਰ ਹੋਵੇਗਾ ਉਹਨੇ ਇੱਕ ਦਿਨ ਬਾਹਰ ਪ੍ਰਗਟ ਹੋ ਹੀ ਜਾਣਾ ਹੈ। ਜੋ ਤੇਰੇ ਅੰਦਰ ਹੈ ਉਹਨੇ ਇੱਕ ਦਿਨ ਪ੍ਰਗਟ ਹੋਣਾ ਹੀ ਹੋਣਾ ਹੈ। ਜੇ ਜੋ ਅੰਦਰ ਸੱਚ ਹੈ ਤਾਂ ਵੀ ਪ੍ਰਗਟ ਹੋਏਗਾ, ਜੇ ਅੰਦਰ ਕੱਚ ਹੈ ਤਾਂ ਵੀ ਪ੍ਰਗਟ ਹੋਣਾ। ਹੁਣ ਧਿਆਨ ਦਿਆ ਜੀ, ਆਪਾਂ ਇਸ ਸ਼ਬਦ ਦੀ ਵਿਆਖਿਆ ਕਰਦੇ ਹਾਂ। ਮੈਂ ਆਪ ਨੂੰ ਸਾਰੇ ਸ਼ਬਦ ਦਾ ਨਿਚੋੜ ਜਿਹੜਾ ਹੈ ਇਹਨਾਂ ਅੱਖਰਾਂ 'ਚ ਦੱਸਿਆ ਹੈ। ਜੋ ਮਨੁੱਖ ਹੈ ਨਹੀਂ ਉਹਨੂੰ ਪ੍ਰਗਟ ਕਰਨ ਵਾਸਤੇ, ਜ਼ਾਹਰ ਕਰਨ ਵਾਸਤੇ ਸਾਰੀ ਉਮਰ ਆਪਣੀ ਗਾਲ ਦਿੰਦਾ, ਜੋ ਹੈ ਉਹਨੂੰ ਛਪਾਉਂਦਾ ਰਹਿੰਦਾ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਰਾਮ ਰਮੈ ਸੋਈ ਰਾਮਾਣਾ। ਰਾਮਾਣਾ ਦਾ ਅਰਥ ਹੈ ਰੱਬ ਦਾ, ਪਰਮਾਤਮਾ ਦਾ ਸੇਵਕ। ਰਮੈ ਤੋਂ ਭਾਵ ਹੈ ਸਿਮਰਨ ਕਰਨਾ, ਰਾਮ ਤੋਂ ਭਾਵ ਹੈ ਜਿਹੜਾ ਵਿਆਪਕ ਹੈ, ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ, ਜਿਸ ਨੂੰ ਅਸੀਂ ਰੋਜ਼ ਕਹਿ ਦਿੰਦੇ ਹਾਂ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਹਰ ਕੋਈ ਰਾਮ ਰਾਮ ਕਰਦਾ ਹੈ ਪਰ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ। ਪਰ ਰਾਮ ਦੀ ਪ੍ਰਾਪਤੀ ਇਸ ਕਰਕੇ ਨਹੀਂ ਹੁੰਦੀ, ਸਾਨੂੰ ਅੱਜ ਤੱਕ ਪਤਾ ਹੀ ਨਹੀਂ ਲੱਗਾ ਕਿ ਉਹ ਰਾਮ ਪਰਮਾਤਮਾ ਵਾਹਿਗੁਰੂ ਸੱਤ ਹੈ, ਹੋਰ ਜੋ ਪਸਾਰਾ ਪਸਰਿਆ ਹੋਇਆ ਹੈ ਉਹ ਅਸਤ ਹੈ। ਅਗੇਤਰ ਲਾ ਦਿੱਤਾ ਐੜਾ, ਮੀਨਸ ਨਾਸਵੰਤ ਹੈ, ਫਨਾ ਹੈ। ਇੱਕ ਪ੍ਰਮਾਤਮਾ ਜਿਹੜਾ ਹੈ ਉਹ ਹੀ ਸੱਤ ਹੈ, ਉਹ ਹੀ ਸਦਾ ਰਹਿਣ ਵਾਲਾ ਹੈ, ਉਹ ਅਟਲ ਹੈ, ਉਹ ਵਿਆਪਕ ਹੈ, ਹਰ ਥਾਂ ਤੇ ਮੌਜੂਦ ਹੈ। ਜੇ ਧਰਤੀ ਦੇ ਵਿੱਚ ਪਾਣੀ ਹੈ ਤੇ ਪਾਣੀ ਦੇ ਵਿੱਚ ਧਰਤੀ ਵੀ ਹੈ, ਲੱਕੜ ਵਿੱਚ ਅੱਗ ਹੈ ਤੇ ਉਹਦੇ ਵਿੱਚ, ਲੱਕੜ ਵਿੱਚ ਅੱਗ ਹੈ ਤੇ ਉਹਦੇ ਵਿੱਚ ਵੇਖੋ ਹਰਿਆਲੀ ਹੈ ਜਦੋਂ ਪਾਣੀ ਵੀ ਹੈ। ਦੁੱਧ ਦੇ ਵਿੱਚ ਘਿਓ ਹੈ ਪਰ ਦਿਸਦਾ ਨਹੀਂ ਹੈ। ਹੁਣ ਮੇਰੇ ਸਾਹਿਬ ਜੀ ਕਹਿੰਦੇ ਨੇ ਇਸੇ ਤਰ੍ਹਾਂ ਮਨੁੱਖ ਰੱਬ ਸਭ ਦੇ ਵਿੱਚ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਜਹਾਂ ਜਹਾਂ ਪੇਖੋਂ ਤਹਾਂ ਹਜ਼ੂਰ, ਦੂਰ ਕਤਹੋ ਨਾ ਜਾਈ, ਰਵ ਰਿਆ ਸਰਬੱਤਰ ਮੈਂ ਮਨ ਸਦਾ ਧਿਆਈ। ਹੁਣ ਉਹ ਵਿਆਪਕ ਹੈ, ਉਹ ਸਮੇਂ ਸਭ ਥਾਵਾਂ ਤੇ ਰਮਿਆ ਹੋਇਆ ਹੈ। ਖਾਲਕ ਖਲਕ ਖਲਕ ਮੈਂ ਖਾਲਕ ਖਲਕ ਵਸੈ ਰੱਬ ਮਾਈ। ਖਲਕਤ ਰੱਬ ਵਿੱਚ ਵਸਦੀ ਹੈ, ਰੱਬ ਖਲਕਤ ਵਿੱਚ ਵਸਦਾ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਅਸੀਂ ਰੋਜ਼ ਪੜ੍ਹਦੇ ਹਾਂ, ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਹੈ। ਤੇ ਜਿੱਦਣ ਉਹਦੀ ਜੋਤ ਨਾ ਹੋਈ ਉਦਣ ਇਹ ਸਰੀਰ ਵੀ ਨਹੀਂ ਰਹਿਣਾ। ਆਤਮਾ ਜਿਹੜੀ ਹੈ ਉਹ ਪਰਮਾਤਮਾ ਦੀ ਅੰਸ਼ ਹੈ। ਜੇ ਪਰਮਾਤਮਾ ਅਦ੍ਰਿਸ਼ਟ ਹੈ ਤੇ ਆਤਮਾ ਵੀ ਅਦ੍ਰਿਸ਼ਟ ਹੈ, ਉਹ ਵੀ ਦਿਸਦੀ ਨਹੀਂ ਹੈ। ਹੁਣ ਕਹਿਣ ਤੋਂ ਭਾਵ ਹੈ ਇਸ ਸ਼ਬਦ ਦੇ ਵਿੱਚ ਮੇਰੇ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ, ਸੋਈ ਤੋਂ ਭਾਵ ਹੈ ਉਹ ਮਨੁੱਖ ਰੱਬ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ ਸੇਵਕ ਹੋ ਸਕਦਾ ਹੈ। ਉਹ ਰੱਬ ਦਾ ਸੇਵਕ ਹੈ ਜਿਹੜਾ ਰਮੈ ਮੀਨਸ ਪਰਮਾਤਮਾ ਦਾ ਸਿਮਰਨ ਕਰਦਾ ਹੈ। ਤੇ ਸਿਮਰਨ ਕਿਹਦਾ ਕਰਦਾ ਹੈ? ਜਿਹੜਾ ਸਰਬ ਵਿਆਪਕ ਹੈ। ਅੱਗੇ ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਜਲ ਥਲ ਮਹੀਅਲ
ਏਕ ਸਮਾਣਾ। ਜਲ, ਜਲ ਦਾ ਅਰਥ ਕਰਾਂਗੇ ਇੱਥੇ ਪਾਣੀ, ਪਰ ਜੇ ਜਲ ਦੇ ਅਰਥ ਅਸੀਂ ਹੋਰ ਵੀ ਵੇਖਣੇ ਹੋਣ ਨਾ, ਉੱਥੇ ਵੀ ਜਲ ਐਵੇਂ ਹੀ ਹੈ। ਜੱਜਾ ਤੇ ਲੱਲਾ ਤੇ ਲੱਲੇ ਨੂੰ ਸਿਹਾਰੀ, ਜਲ ਉੱਥੇ ਵੀ ਐਵੇਂ ਹੀ ਆਏਗਾ। ਪੜ੍ਹ ਕੇ ਵੇਖ ਲੈਣਾ, ਧਿਆਨ ਦੇਣਾ, ਥੋੜਾ ਜਿਹਾ ਸਟੱਡੀ ਕਰਿਆ ਕਰੀਏ ਗੁਰਬਾਣੀ ਤੇ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜਲ ਜਾਓ ਇਹ ਬੜਪਨਾ, ਉੱਥੇ ਜਲ ਦਾ ਅਰਥ ਹੋਏਗਾ ਸੜ ਬਲ ਗਿਆ, ਬੜਪਣਾ। ਜਲ ਜਾਓ ਇਹ ਬੜਪਨਾ। ਹੋਰ ਧਿਆਨ ਦਿਆ ਜੀ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ, ਲੀ ਪਿਆਵੈ ਚਾਓ। ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨ ਆਵੈ ਨਾਉ। ਹਰ ਬਿਨ ਜੀਓ ਜਲ ਬਲ ਜਾਓ। ਇੱਥੇ ਵੇਖੋ ਜਲ ਦੇ ਅਰਥ ਕੀ ਨੇ? ਜਲ ਬਲ ਗਿਆ, ਸੜ ਬਲ ਗਿਆ। ਹੁਣ ਜਦੋਂ ਅਸੀਂ ਇਹ ਚੀਜ਼ਾਂ ਨੂੰ ਧਿਆਨ ਵਿੱਚ ਰੱਖਾਂਗੇ ਨਾ, ਗੁਰਬਾਣੀ ਦੇ ਅਰਥ ਸਾਡੇ ਆਟੋਮੈਟਿਕਲੀ ਸਮਝ ਆਉਣਗੇ। ਬਈ ਇੱਥੇ ਪ੍ਰਕਰਨ ਅਨੁਸਾਰ ਜਿਹੜੇ ਨੇ ਨਾ ਸ਼ਬਦ ਦੇ ਅਰਥ ਚੇਂਜ ਹੁੰਦੇ ਹੁੰਦੇ ਨੇ। ਪ੍ਰਕਰਨ ਕੀ ਚੱਲ ਰਿਹਾ? ਕਿਆ ਹਰ ਬਿਨ ਜੀਓ, ਜੀਓ ਮੀਨਸ ਜਿੰਦ, ਹਰ ਮੀਨਸ ਪ੍ਰਮਾਤਮਾ। ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮੇਰੀ ਜਿੰਦ ਜਿਹੜੀ ਹੈ ਨਾ ਸੜ ਬਲ ਜਾਂਦੀ ਹੈ। ਤੇ ਜਲ ਆ ਗਿਆ ਉੱਥੇ ਵੀ। ਕਿਵੇਂ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਫਲਾਣਾ ਮੈਨੂੰ ਵੇਖ ਕੇ ਜਲ ਹੀ ਗਿਆ। ਜਲ ਗਿਆ ਮੀਨਸ ਸੜ ਗਿਆ। ਹੁਣ ਇਹ ਜਿਹੜੇ ਅਰਥ ਅਸੀਂ ਦੇਖਣੇ ਨੇ ਧਿਆਨ ਦੇ ਕੇ, ਗੁਰਬਾਣੀ ਨੂੰ ਅਸੀਂ ਪੜ੍ਹਦੇ ਜ਼ਰੂਰ ਹਾਂ, ਅੱਖਰਾਂ ਵੱਲੇ ਨਹੀਂ ਵੇਖਦੇ। ਮੇਰੇ ਸਾਹਿਬ ਜੀ ਕਹਿੰਦੇ ਨੇ ਜੇ ਕੋ ਬੋਲੇ ਸੱਚ, ਕੂੜ ਕੂੜਾ ਜਲ ਜਾਵਈ। ਜੇ ਕੋ ਬੋਲੇ ਸੱਚ, ਕੂੜਾ ਜਲ ਜਾਵਈ। ਇੱਥੇ ਜਲ ਦੇ ਅਰਥ ਵੇਖੋ ਕਿਹੜੇ ਨੇ? ਜਲ ਦੇ ਅਰਥ ਨੇ ਸੜ ਗਿਆ। ਕੂੜਾ ਮੀਨਸ ਝੂਠਾ। ਜਿਹੜਾ ਕੋਈ ਸੱਚ ਬੋਲੇ ਤੇ ਸੱਚ ਬੋਲਣ ਵਾਲਾ ਜਿਹੜਾ ਸੱਚ ਬੋਲਦੇ ਤੇ ਝੂਠਾ ਜਿਹੜਾ ਨਾ ਸੜ ਬਲ ਜਾਂਦਾ ਹੈ। ਕਿਉਂ ਕਿ ਇਹਨੇ ਸੱਚ ਬੋਲ ਦਿੱਤਾ ਹੈ। ਮੇਰੇ ਸਾਹਿਬ ਜੀ ਕਹਿੰਦੇ ਪਏ ਨੇ ਜੇ ਕੋ ਬੋਲੇ ਸੱਚ, ਕੂੜਾ ਜਲ ਜਾਵਈ। ਦੁਖੀ ਹੁੰਦਾ ਹੈ, ਕਰਿਜਦਾ ਹੈ। ਤੇ ਇੱਕ ਹੋਰ ਇਹਦੇ ਅਰਥ ਵੇਖ ਲਈਏ ਥੋੜੇ ਜਿਹੇ। ਹੱਥ ਨਾ ਲਾਏ ਕੋ ਸੰਭੜੈ, ਜਲ ਜਾਸੀ ਢੋਲਾ। ਹੱਥ ਇਹਦੇ ਵੀ ਸੜਨ ਦੇ ਹੀ ਨਹੀਂ ਅਰਥ। ਕਈ ਫੁੱਲ ਐਵੇਂ ਜਿਹੇ ਹੁੰਦੇ ਨੇ ਕਿ ਮਨੁੱਖ ਉਹਨਾਂ ਨੂੰ ਹੱਥ ਲਾਏ ਤੇ ਉਹ ਕੁਮਲਾ ਜਾਂਦੇ ਨੇ। ਤੇ ਫੁੱਲਾਂ ਦੇ ਵਿੱਚ ਬਗੀਚਾ ਜਿੱਥੇ ਹੋਵੇ ਨਾ, ਉੱਥੇ ਲਿਖਿਆ ਹੁੰਦਾ, ਨੇਮ ਪਲੇਟਾਂ ਲਾਈਆਂ ਹੁੰਦੀਆਂ ਨੇ, ਇਹਨਾਂ ਫੁੱਲਾਂ ਨੂੰ ਤੁਸੀਂ ਵੇਖ ਸਕਦੇ ਹੋ ਪਰ ਟੱਚ ਨਹੀਂ ਕਰ ਸਕਦੇ। ਇਹਨਾਂ ਨੂੰ ਹੱਥ ਨਹੀਂ ਲਾਉਣਾ। ਜੇ ਤੁਹਾਡੇ ਹੱਥ ਲੱਗ ਗਏ ਤੇ ਇਹਨਾਂ ਨੇ ਕੁਮਲਾ ਜਾਣਾ ਹੈ, ਸੜ ਜਾਣਗੇ। ਹੁਣ ਮਨੁੱਖ ਦੇ ਅੰਦਰ ਕਿਹੋ ਜੀ ਉਹ ਵਸਤੂ ਹੈ ਕਿ ਜਿਹੜਾ ਫੁੱਲ ਨੂੰ ਹੱਥ ਲਾਏ ਤੇ ਫੁੱਲ ਵੀ ਉਹਦੇ ਹੱਥ ਲਾਇਆ ਕੁਮਲਾ ਜਾਂਦਾ ਹੈ, ਸੜ ਜਾਂਦਾ ਹੈ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਜਲ ਦੇ ਅਰਥ ਆਪਾਂ ਵੇਖ ਰਹੇ ਹਾਂ। ਹੁਣ ਇੱਥੇ ਜਲ ਦੇ ਇਸ ਪੰਕਤੀ ਵਿੱਚ ਵੇਖਣੇ ਨੇ। ਜਲ ਥਲ ਮਹੀਲ ਪੂਰਿਆ, 12ਵਾਂ ਦੀ ਪੰਕਤੀ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਰਵਿਆ ਵਿਆਪਕ ਹੈ, ਪਰਮਾਤਮਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਕਿਆ ਸੋ ਪ੍ਰਭ ਚਿਤ ਨ ਆਵਈ। ਸੋ ਮੀਨਸ ਉਹ ਮਾਲਕ, ਉਹ ਪਰਮਾਤਮਾ ਜੇ ਬੰਦਿਆ ਤੇਰੇ ਚਿੱਤ ਵਿੱਚ ਚੇਤੇ ਨਹੀਂ ਨਾ ਆਉਂਦਾ, ਸਮਝ ਲਈ ਕਿਤੜਾ ਦੁੱਖ ਗਣਾ। ਕਿੰਨੇ ਦੁੱਖ ਵਾਲੀ ਗੱਲ ਹੈ ਉਹ ਮਿੱਤਰਾ। ਜੇ ਤੈਨੂੰ ਜਿਹੜਾ ਰੱਬ ਪਰਮਾਤਮਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ, ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਵਣਾ। ਵਣਾ ਮੀਨਸ ਵਣਾਸਪਤੀ, ਜੰਗਲਾਤ ਜਿਹਨੂੰ ਅਸੀਂ ਕਹਿ ਦਈਏ, ਉਹ ਹਰ ਥਾਂ ਤੇ ਹੈ। ਉਹ ਜੰਗਲਾਤ ਵਿੱਚ ਵੀ ਹੈ। ਮਹੀ ਤਲ, ਤਲ ਕਹਿੰਦੇ ਨੇ ਧਰਤੀ ਨੂੰ, ਤੇ ਧਰਤੀ ਦੇ ਉੱਤੇ ਵੀ ਹੈ, ਸਪੇਸ ਵਿੱਚ ਵੀ ਹੈ, ਤੇ ਧਰਤੀ ਦੇ ਅੰਦਰ ਵੀ ਹੈ, ਤੇ ਆਕਾਸ਼ ਵਿੱਚ ਵੀ ਹੈ। ਕੋਈ ਥਾਂ ਇਹੋ ਜਿਹੀ ਨਹੀਂ ਹੈ ਕਿ ਜਿੱਥੇ ਉਹ ਪਰਮਾਤਮਾ ਹੈ ਨਹੀਂ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਵੀ ਰੱਬ ਵਸਦਾ ਕਿੱਥੇ ਹੈ। ਕਈ ਵਾਰੀ ਸਾਡੀ ਬੋਲੀ ਪਹਿਲੇ ਪਤਾ ਕੀ ਹੁੰਦੀ ਹੈ, ਅਸੀਂ ਕਹਿੰਦੇ ਹਾਂ ਉੱਪਰ ਵਾਲਾ ਜਾਣੇ। ਵੀ ਉੱਪਰ ਵਾਲਾ ਕੌਣ ਜਾਣੇ? ਉੱਪਰ ਵੀ ਰੱਬ ਉੱਪਰ ਹੀ ਰਹਿੰਦਾ, ਰੱਬ ਥੱਲੇ ਨਹੀਂ ਰਹਿੰਦਾ। ਆਮ ਹੀ ਅਸੀਂ ਬੋਲੀ ਦੇ ਵਿੱਚ ਬੋਲ ਦਿੰਦੇ ਹਾਂ
ਤੇ ਸਾਡੇ ਵੀਰ ਹਿੰਦੂ ਵੀਰ ਜਿਹੜੇ ਨੇ ਉਹ ਕਹਿੰਦੇ ਨੇ ਉੱਪਰ ਵਾਲਾ ਜਾਣੇ, ਅਸੀਂ ਕਹਿ ਦਿੰਦੇ ਆ ਪੰਜਾਬੀ ਚ ਉੱਤੇ ਵਾਲਾ ਜਾਣੇ ਭਾਈ। ਬਈ ਰੱਬ ਉੱਤੇ ਰਹਿੰਦਾ, ਰੱਬ ਥੱਲੇ ਨਹੀਂ ਰਹਿੰਦਾ। ਨਹੀਂ, ਰੱਬ ਸਾਰੀਆਂ ਥਾਵਾਂ ਤੇ ਰਹਿੰਦਾ ਹੈ। ਕੋਈ ਥਾਂ ਇਹੋ ਜਿਹੀ ਨਹੀਂ ਜਿਸ ਥਾਂ ਤੇ ਉਹ ਪਰਮਾਤਮਾ ਨਹੀਂ ਹੈ। ਉਹ ਤੇ ਕਣ ਕਣ ਦੇ ਵਿੱਚ ਸਮਾਇਆ, ਜ਼ਰਾ ਜ਼ਰਾ ਦੇ ਵਿੱਚ ਸਮਾਇਆ ਹੋਇਆ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਜਲ ਥਲ, ਥਲ ਧਰਤੀ, ਜਲ ਪਾਣੀ, ਮਹੀ ਅਲ ਤੋਂ ਭਾਵ ਹੈ ਧਰਤੀ ਦਾ ਤਲ, ਸਪੇਸ, ਜੋ ਥਾਂ ਦਿਸਦੀ ਹੈ ਜਿੱਥੋਂ ਤੱਕ ਬੰਦਿਆ ਤੇਰੀ ਸੋਚ ਪਹੁੰਚਦੀ ਹੈ। ਜਲ ਥਲ ਮਹੀ ਅਲ ਏਕ ਸਮਾਣਾ, ਏਕ ਏਕ ਇੱਥੇ ਆ ਗਿਆ, ਇੱਕ। ਉਹ ਇੱਕ ਪਰਮਾਤਮਾ ਹੈ, ਹਰ ਥਾਂ ਤੇ ਉਹ ਰਮਿਆ ਹੋਇਆ, ਜਿਸ ਨੂੰ ਅਸੀਂ ਰੋਜ਼ ਪੜ੍ਹੀ ਜਾ ਰਹੇ ਹਾਂ। ਸਭਨਾ ਜੀਆਂ ਕਾ ਇੱਕ ਦਾ, ਉਹਦੀ ਇੱਕ ਦੀ ਗੱਲ ਹੋ ਰਹੀ ਹੈ, ਦੂਸਰਾ ਨਹੀਂ ਹੈ। ਦੂਜਾ ਕਾਹੇ, ਦੂਜਾ ਨਹੀਂ ਹੈ, ਦੂਜਾ ਹੈ ਹੀ ਨਹੀਂ ਹੈ, ਕਿਉਂਕਿ ਉਹਦੀ ਬਰਾਬਰੀ ਕਰਨ ਵਾਲਾ ਹੈ ਹੀ ਨਹੀਂ। ਉਹ ਇੱਕ ਹੈ, ਉਹਦਾ ਆਕਾਰ ਨਹੀਂ, ਉਹ ਨਿਰਾਕਾਰ ਹੈ, ਉਹ ਸਾਕਾਰ ਹੈ, ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ। ਪਰ ਬੰਦੇ ਨੂੰ ਉਹ ਦਿਸਦਾ ਨਹੀਂ, ਕਿਉਂਕਿ ਆਦ੍ਰਿਸ਼ਟ ਹੈ। ਅਦ੍ਰਿਸ਼ਟ ਨੂੰ ਵੇਖਿਆ ਜਾ ਸਕਦਾ ਹੈ। ਕਿਵੇਂ ਵੇਖਿਆ ਜਾ ਸਕਦਾ ਹੈ? ਆ ਵੇਖੋ ਜੀ, ਆ ਫੁੱਲਾਂ ਦੇ ਵਿੱਚ ਜਿਹੜੀ ਹੈ ਨਾ ਖੁਸ਼ਬੂ ਹੈ, ਪਰ ਖੁਸ਼ਬੂ ਫੁੱਲਾਂ ਵਿੱਚ ਹੈ। ਜੇ ਨਾਸਕਾਂ ਦੇ ਵਿੱਚ ਮੈਲ ਭਰੀ ਹੋਵੇ, ਗੰਦਗੀ ਭਰੀ ਹੋਵੇ, ਜ਼ੁਕਾਮ ਲੱਗਾ ਹੋਵੇ ਕਿਸੇ ਨੂੰ, ਫੁੱਲ ਘਰੇ ਉਹਦੀ ਨਾਸਾਂ ਦੇ ਸਾਹਮਣੇ ਕਰੋ, ਕਹਿੰਦਾ ਫੁੱਲ ਵਿੱਚ ਤੇ ਖੁਸ਼ਬੂ ਹੈ ਨਹੀਂ। ਤੇ ਜਿਹੜਾ ਸਿਆਣਾ ਹੋਏਗਾ ਨਾ, ਉਹ ਕਹੇਗਾ ਵੀ ਫੁੱਲ ਵਿੱਚ ਤੇ ਖੁਸ਼ਬੂ ਮਿੱਤਰਾ ਹੈ, ਮੈਨੂੰ ਤੇ ਖੁਸ਼ਬੂ ਆ ਰਹੀ ਹੈ, ਤੈਨੂੰ ਨਹੀਂ ਆ ਰਹੀ। ਕਹਿੰਦਾ ਹਾਂ ਮੈਨੂੰ ਨਹੀਂ ਆ ਰਹੀ। ਕਹਿੰਦਾ ਫਿਰ ਤੇਰੀਆਂ ਨਾਸਾਂ ਬੰਦ ਨੇ, ਤੇਰੀਆਂ ਨਾਸਕਾਂ ਦੇ ਵਿੱਚ ਗੰਦਗੀ ਭਰੀ ਪਈ ਹੈ, ਮੈਲ ਭਰੀ ਪਈ ਹੈ, ਇਸ ਕਰਕੇ ਤੈਨੂੰ ਫੁੱਲਾਂ ਦੇ ਵਿੱਚੋਂ ਖੁਸ਼ਬੂ ਨਹੀਂ ਆ ਰਹੀ। ਨਾਸਕਾਂ ਤੇਰੀਆਂ ਮੈਲ ਨਾਲ, ਗੰਦਗੀ ਨਾਲ ਭਰੀਆਂ ਹੋਈਆਂ ਨੇ। ਤੇ ਜੇ ਤੇਰੀਆਂ ਨਾਸਕਾਂ ਸਾਫ਼ ਹੋਣਗੀਆਂ ਨਾ, ਨਾਸਾਂ ਤੇਰੀਆਂ, ਗੰਦਗੀ ਇਹਦੇ ਵਿੱਚੋਂ ਨਿਕਲ ਜਾਏਗੀ, ਫੁੱਲਾਂ ਦੀ ਖੁਸ਼ਬੂ ਤਾਂ ਆਏਗੀ। ਸੱਚ ਜਾਣਿਓ, ਜਦੋਂ ਨਾਸਕਾਂ ਸਾਫ਼ ਹੋਣ ਤੇ ਫੁੱਲਾਂ ਦੇ ਵਿੱਚੋਂ ਖੁਸ਼ਬੂ ਆਉਣੀ। ਕਈ ਤੇ ਇੰਨੀ ਸੁੰਘਣ ਸ਼ਕਤੀ ਕਈਆਂ ਦੀ ਇੰਨੀ ਤਗੜੀ ਹੁੰਦੀ ਹੈ, ਉਹ ਚਮੇਲੀ ਦਾ, ਲੀਲੀ ਦਾ, ਗੁਲਾਬ ਦਾ, ਕਿਹੜਾ ਵੀ ਫੁੱਲ ਹੋਵੇ ਉਹਦੀ ਵੱਖਰੀ ਵੱਖਰੀ ਖੁਸ਼ਬੂ ਦੱਸ ਦਿੰਦੇ ਨੇ। ਆ ਲੀਲੀ ਦੇ ਫੁੱਲ ਦੀ ਹੈ, ਚਮੇਲੀ ਦੀ ਹੈ, ਇਹ ਗੁਲਾਬ ਦੀ ਹੈ। ਉਹ ਉਹਨਾਂ ਦੇ ਸੁੰਘਣ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ। ਹੁਣ ਸੁੰਘਣ ਸ਼ਕਤੀ ਹੈਗੀ ਹੈ ਨਾ, ਆ ਜਿਹੜੇ ਜੀਵ ਨੇ ਜਿਹਨੂੰ ਅਸੀਂ ਡੌਗ ਕਹਿੰਦੇ ਆ, ਇਹਦੇ ਵਿੱਚ ਸੁੰਘਣ ਸ਼ਕਤੀ ਹੈ ਨਾ। ਆ ਕੀੜੀਆਂ ਨੇ, ਸੁੰਘਣ ਸ਼ਕਤੀ ਹੈ। ਜੀਵ ਕਿੰਨੇ ਨੇ ਜਿਹੜੀ ਇਹ ਸੁੰਘਣ ਸ਼ਕਤੀ ਦੇ ਨਾਲ ਸੁੰਘ ਕੇ ਹੀ ਉੱਥੋਂ ਤੱਕ ਪਹੁੰਚ ਜਾਂਦੇ ਨੇ, ਉਹਨਾਂ ਦੇ ਵਿੱਚ ਸੁੰਘਣ ਦੀ ਸ਼ਕਤੀ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਬੰਦਿਆ ਜੇ ਨਾਸਕਾਂ ਦੇ ਵਿੱਚ ਮੈਲ ਹੋਵੇ ਨਾ ਤੇ ਫੁੱਲਾਂ ਦੇ ਵਿੱਚ ਖੁਸ਼ਬੂ ਹੈ, ਉਹ ਖੁਸ਼ਬੂ ਲਈ ਨਹੀਂ ਜਾ ਸਕਦੀ। ਨਾਸਕਾਂ ਦੀ ਮੈਲ ਸਾਫ਼ ਹੋਵੇ ਤੇ ਖੁਸ਼ਬੂ ਆ ਜਾਂਦੀ ਹੈ। ਰੱਬ ਮੇਰਾ ਦਾਤਾ ਕਹਿੰਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਬੰਦਿਆ ਰੱਬ ਸਾਰੀਆਂ ਥਾਵਾਂ ਤੇ ਹੈ, ਪਰ ਤੇਰੇ ਅੰਗਾਂ ਦੇ ਵਿੱਚ ਗੰਦਗੀ ਵਿਕਾਰਾਂ ਦੀ ਭਰੀ ਪਈ ਹੈ। ਜਿਵੇਂ ਨਾਸਕਾਂ ਦੇ ਵਿੱਚ ਗੰਦਗੀ, ਜ਼ੁਕਾਮ ਪਰ ਲੱਗਾ ਹੋਵੇ, ਬਿਮਾਰੀ ਲੱਗੀ ਹੋਵੇ, ਕੋਲਡ ਹੋਇਆ ਹੋਵੇ, ਤੇ ਖੁਸ਼ਬੂ ਫੁੱਲਾਂ ਦੀ ਨਹੀਂ ਆਉਂਦੀ। ਕਈ ਵਾਰੀ ਵੇਖੋ, ਜੇ ਬੰਦਾ ਇਸ਼ਨਾਨ ਨਾ ਕਰੇ ਤੇ ਆਪਣੇ ਕੋਲ ਮੈਲ ਦੀ, ਗੰਦਗੀ ਦੀ ਬਦਬੂ ਆਉਣ ਲੱਗ ਪੈਂਦੀ ਹੈ। ਖੁਸ਼ਬੂ ਨਹੀਂ ਆਉਂਦੀ, ਬਦਬੂ ਆਉਂਦੀ ਹੈ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਜੇ ਨਾਸਕਾਂ ਮੈਲੀਆਂ ਹੋਣ, ਗੰਦੀਆਂ ਹੋਣ, ਤੇ ਫੁੱਲਾਂ 'ਚੋਂ ਖੁਸ਼ਬੂ ਨਹੀਂ, ਤੇ ਬੰਦਾ ਜੇ ਤੇਰੇ ਸਾਰੇ ਅੰਗ ਗੰਦੇ ਨੇ, ਸਾਰੇ ਅੰਗਾਂ ਦੇ ਵਿੱਚ ਗੰਦਗੀ ਵਿਕਾਰਾਂ ਦੀ ਭਰੀ ਹੈ, ਤੇ ਰੱਬ ਤੇ ਹੈ, ਪਰ ਤੈਨੂੰ ਉਸ ਪਰਮਾਤਮਾ ਦੀ ਖੁਸ਼ਬੂ ਨਹੀਂ ਆ ਸਕਦੀ। ਉਹ ਅਦ੍ਰਿਸ਼ਟ ਹੈ, ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ, ਉਹ ਸਾਰੀਆਂ ਥਾਵਾਂ ਤੇ ਹੈ। ਤੇ ਗੁਰੂ ਪਿਆਰਿਓ, ਜੇ ਵਿਕਾਰਾਂ ਦੀ ਗੰਦਗੀ, ਨਾਸਕਾਂ ਦੀ ਗੰਦਗੀ ਕੱਢੀਏ ਤੇ ਫੁੱਲਾਂ ਦੀ ਖੁਸ਼ਬੂ ਆ ਜਾਂਦੀ ਹੈ। ਜੇ ਵਿਕਾਰਾਂ ਦੀ ਮੈਲ ਕੱਢ ਦਈਏ, ਵਿਕਾਰਾਂ ਦੀ ਗੰਦਗੀ ਅੰਦਰੋਂ ਕੱਢ ਦਈਏ, ਤੇ ਰੱਬ ਹਰ ਥਾਂ ਤੇ ਦਿਸਣ ਲੱਗ ਪੈਂਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨੇ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਸਾਕਤ ਕਹਿੰਦੇ ਨੇ ਜਿਹੜਾ ਰੱਬ ਨਾਲ ਟੁੱਟਾ ਹੋਵੇ। ਸਾਕਤ ਉਹ ਹੈ ਜਿਹੜਾ ਕਹਿੰਦਾ ਵੀ ਰੱਬ ਦੱਸੋ ਹੈ ਕਿੱਥੇ ਹੈ, ਮੈਂ ਤਾਂ ਅੱਜ ਤੱਕ ਵੇਖਿਆ ਹੀ ਨਹੀਂ ਹੈ, ਮੈਨੂੰ ਨਹੀਂ ਦਿਸਦਾ, ਉਹਨੂੰ ਸਾਕਤ ਕਿਹਾ ਗਿਆ। ਤੇ ਗੁਰੂ ਪਿਆਰਿਓ, ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜਲ ਥਲ ਮਹੀਲ ਏਕ ਸਮਾਣਾ। ਭਾਈ ਜਲ ਥਲ ਧਰਤੀ
ਸਪੇਸ ਹਰ ਥਾਂ ਤੇ ਇੱਕ ਪ੍ਰਮਾਤਮਾ ਰਮਿਆ ਹੋਇਆ ਹੈ, ਪਰ ਕਿਵੇਂ ਨਹੀਂ ਤੈਨੂੰ ਦਿਸਦਾ। ਕਰੈ ਦੁਹ ਕਰਮ ਦਿਖਾਵੈ ਹੋਰ। ਹੁਣ ਇਹਨੂੰ ਕਿਵੇਂ ਦਿਸੇ? ਕਿਹਨੂੰ ਜੀ? ਦੁਹ ਕਰਮ। ਇੱਕ ਹੁੰਦਾ ਕਰਮ, ਅੱਗੇ ਆ ਗਿਆ ਦੁਹ ਕਰਮ। ਦੁਹ ਕਰਮ ਤੋਂ ਕਹੇ ਦੁਸ਼ਕਰਮ, ਜਿਹਨੂੰ ਅਸੀਂ ਕਹਿੰਦੇ ਹਾਂ। ਇੱਕ ਤੇ ਕਰਮ ਹੋ ਗਿਆ, ਕਰਮ ਮੀਨਸ ਕੰਮ ਹੋ ਗਿਆ। ਇੱਕ ਦੁਹ ਕਰਮ ਦਾ ਅਰਥ ਹੈ ਦੁਸ਼ਕਰਮ। ਜਿਹੜਾ ਮਨੁੱਖ ਦੁਸ਼ਕਰਮ ਕਰਦਾ ਹੈ, ਭਾਵ ਨੀਚ ਕਰਮ ਕਰਦਾ ਹੈ, ਮਾੜੇ ਕੰਮ ਕਰਦਾ ਹੈ, ਅੰਦਰ ਲੁੱਕ ਕੇ ਕਰਦਾ ਹੈ, ਕਹਿੰਦਾ ਰੱਬ ਵੇਖਦਾ ਹੀ ਨਹੀਂ ਹੈ, ਦੁਸ਼ਕਰਮ ਕਰ ਰਿਹਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਕਰੈ ਦੁਹ ਕਰਮ। ਦੁਹ ਕਰਮ ਤੋਂ ਭਾਵ ਦੁਸ਼ਕਰਮ ਕਰਦਾ ਹੈ। ਦਿਖਾਵੈ ਹੋਰ, ਬਾਹਰ ਵਿਖਾਵਾ ਹੋਰ ਕਰਦਾ ਪਿਆ, ਅੰਦਰ ਕੁਝ ਹੋਰ ਕਰੀ ਰਿਹਾ। ਹੁਣ ਬਾਹਰ ਬੋਰਡ ਕੁਝ ਹੋਰ ਲਾਇਆ ਹੋਵੇ, ਅੰਦਰ ਸਮਾਨ ਕੁਝ ਹੋਰ ਪਿਆ ਹੋਵੇ, ਤੇ ਜਿਹੜਾ ਸਿਆਣਾ ਇਹ ਕਹਿੰਦਾ ਵੀ ਬਾਹਰ ਤੂੰ ਕੁਝ ਹੋਰ ਲਿਖਿਆ, ਅੰਦਰ ਤੇਰੇ ਕੁਝ ਹੋਰ ਪਿਆ, ਇਹ ਤੂੰ ਕਿਵੇਂ ਜਿਹਾ ਇਨਸਾਨ ਹੈ? ਸੰਸਾਰ ਵਿੱਚ ਉਹਨੂੰ ਸਨਮਾਨ ਨਹੀਂ ਮਿਲਦਾ। ਹੁਣ ਪ੍ਰੋਡਕਟ ਕੋਈ ਤਿਆਰ ਕੀਤਾ ਹੈ, ਤੇ ਉਸ ਜਿਹੜੇ ਡਿੱਬੇ ਦੇ ਉੱਤੇ ਅੱਜ ਦੀਆਂ ਗੌਰਮੈਂਟਾਂ ਕਹਿੰਦੀਆਂ ਨੇ ਨਾ ਵੀ ਇਹਦੇ ਵਿੱਚ ਕਿੰਨੀ ਮਾਤਰਾ ਕਿਹੜੀ ਕਿਹੜੀ ਚੀਜ਼ ਪਾਈ ਹੈ, ਸਾਰੀ ਉਹਦੇ ਉੱਤੇ ਲਿਖੋ। ਕਿੰਨੇ % ਕਿਹੜੀ ਵਸਤੂ ਪਾਈ ਹੈ, ਕਿੰਨਾ ਇਹਦੇ ਵਿੱਚ ਪ੍ਰੋਟੀਨ ਹੈ, ਕਿੰਨਾ ਇਹਦੇ ਵਿੱਚ ਕਿਹੜਾ ਸਮਾਨ ਹੈ, ਸਾਰੀਆਂ ਚੀਜ਼ਾਂ ਉੱਤੇ ਲਿਖਣੀਆਂ ਪੈਂਦੀਆਂ ਨੇ ਵੀ ਆ ਇਹਦੇ ਵਿੱਚ ਪਾਈਆਂ। ਪਰ ਬੰਦਿਆ, ਤੂੰ ਇਹ ਚੀਜ਼ਾਂ ਤੇ ਕੰਮ ਕਰ ਸਕਦਾ ਹੈ, ਪਰ ਜੋ ਤੇਰੇ ਅੰਦਰ ਹੈ, ਕਦੀ ਤੂੰ ਬਾਹਰ ਲਿਖ ਕੇ ਆਪਣੇ ਲਾਏ ਆ, ਗਲ 'ਚ ਪੱਟੀ ਪਾਈ ਹੋਵੇ, ਮੇਰੇ ਵਿੱਚ ਮਨ ਦੇ ਵਿੱਚ ਆ ਚੱਲਦਾ ਪਿਆ ਹੈ, ਉਹ ਤੇ ਤੂੰ ਲੁਕੋ ਲੈਣਾ ਹੈ। ਕਦੀ ਗੁਰੂ ਨੂੰ ਆ ਕੇ ਦੱਸਿਆ ਹੈ ਕਿ ਗੁਰੂ ਸਾਹਿਬ ਜੀ, ਮੇਰੇ ਅੰਦਰ ਅੱਜ ਆ ਚੱਲ ਰਿਹਾ ਸੀ, ਅੱਜ ਮੈਂ ਲੁਕ ਕੇ ਕਰਮ ਗੁਨਾਹ ਕਰ ਆਇਆ, ਗੁਨਾਹ ਇਸ ਕਰਕੇ ਕਰ ਬੈਠਾ ਵਾਂ, ਮੈਂ ਸਮਝਿਆ ਤੁਸੀਂ ਮੈਨੂੰ ਵੇਖ ਨਹੀਂ ਰਹੇ। ਬਾਣੀ ਰੋਜ਼ ਪੜ੍ਹਦੇ ਆ, ਸਿਮਰਨ ਅਸੀਂ ਕਰਦੇ ਹਾਂ, ਪਰ ਧਿਆਨ ਦੇਣ ਵਾਲੀ ਗੱਲ ਹੈ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ। ਆ ਜਪਜੀ ਸਾਹਿਬ ਦੀ ਤੁਕ ਹੈ ਨਾ, ਆਮ ਹੀ ਯਾਦ ਹੈਗੀ ਹੈ ਸਾਰਿਆਂ ਨੂੰ। ਉਹ ਵੇਖੈ, ਉਹ ਸਾਨੂੰ ਸਾਰਿਆਂ ਨੂੰ ਵੇਖ ਰਿਹਾ। ਅਸੀਂ ਕਮਰੇ ਵਿੱਚ ਬੈਠੇ ਹੋਈਏ, ਅਸੀਂ ਕਾਰ 'ਚ ਬੈਠੇ ਹੋਈਏ, ਅਸੀਂ ਜਿੱਥੇ ਵੀ ਤੁਰਦੇ ਫਿਰਦੇ ਹਾਂ, ਉਹ ਸਾਨੂੰ ਸਾਰੀਆਂ ਥਾਵਾਂ ਤੇ ਵੇਖ ਰਿਹਾ। ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਣ। ਵਿਡਾਣ ਤੋਂ ਅਰਥ ਕਰਾਂਗੇ ਹੈਰਾਨੀ ਵਾਲੀ ਗੱਲ ਹੈ, ਉਹ ਸਾਨੂੰ ਸਾਰੀਆਂ ਥਾਵਾਂ ਤੇ ਵੇਖ ਰਿਹਾ ਹੈ, ਪਰ ਸਾਨੂੰ ਉਹ ਦਿਸਦਾ ਹੀ ਨਹੀਂ ਹੈ। ਉਹ ਸਾਨੂੰ ਸਭ ਥਾਵਾਂ ਤੇ ਵੇਖ ਰਿਹਾ ਹੈ, ਉਹ ਪਰ ਅਸੀਂ ਉਹਨੂੰ ਨਹੀਂ ਵੇਖ ਪਾ ਰਹੇ। ਇੱਕ ਨਿੱਕੀ ਜੀ ਮੈਂ ਘਟਨਾ ਦੱਸ ਦੇਵਾਂ। ਮਿਥਿਹਾਸ ਲਾ ਲਓ, ਮੈਂ ਨਾਲ ਇਹ ਵੀ ਗੱਲ ਕਹਿ ਦੇਣਾ, ਜਾਂ ਇਤਿਹਾਸ ਲਾ ਲਓ। ਮਿਥਿਹਾਸ ਉਹਨੂੰ ਕਹਿੰਦੇ ਨੇ ਜਿਹੜੀ ਗੱਲ ਮਿਥੀ ਹੋਵੇ, ਇਤਿਹਾਸ ਉਹਨੂੰ ਕਹਿੰਦੇ ਨੇ ਜਿਹੜੀ ਗੱਲ ਪ੍ਰੋਪਰ ਐਨ 16 ਆਨੇ ਸੱਚ ਹੋ। ਹੁਣ ਮੈਂ ਗੱਲ ਕਹਿ ਦਿੱਤੀ, ਮਿਥਿਹਾਸ ਲਾ ਲਓ ਜਾਂ ਇਤਿਹਾਸ ਲਾ ਲਓ। ਮੈਂ ਸਿਰਫ ਸਮਝਾਉਣ ਦਾ ਯਤਨ ਕਰਨਾ ਚਾਹੁੰਦਾ ਵਾਂ। ਕੋਈ ਰੱਬ ਦਾ ਪਿਆਰਾ ਸੀ, ਉਹਨੇ ਆਪਣੇ ਮੁਰੀਦ, ਆਪਣੇ 2 ਚੇਲੇ ਨੇ ਉਹਨੂੰ ਕਹਿ ਦਿੱਤਾ ਵੀ ਆਹ ਜਾਨਵਰ ਨੇ 2, ਇੱਕ ਨੂੰ ਫੜਾ ਦਿੱਤਾ ਤੇ ਦੂਸਰੇ ਨੂੰ ਵੀ 2 ਜਾਨਵਰ ਫੜਾ ਦਿੱਤੇ। ਕਿਸੇ ਨੇ ਕੁਝ ਕਿਹਾ ਤੇ ਕਿਸੇ ਨੇ ਕੁਝ ਕਿਹਾ, ਕਿਸੇ ਨੇ ਕਬੂਤਰ ਕਹਿਤਾ, ਕਿਸੇ ਨੇ ਕੁੱਕੜ ਕਹਿ ਦਿੱਤਾ। ਮੈਂ ਜਾਨਵਰ ਦੀ ਗੱਲ ਕੀਤੀ ਹੈ, ਜੀਵ ਦੀ ਗੱਲ ਕੀਤੀ ਹੈ, ਕਿਉਂਕਿ ਮੈਂ ਲਕੀਰ ਦਾ ਕਦੀ ਫਕੀਰ ਨਾ ਹੋਣਾ ਚਾਹੁੰਦਾ ਵਾਂ, ਤੇ ਨਾ ਕਿਸੇ ਨੂੰ ਹੋਣ ਦੇਣ ਦੀ ਮੇਰੇ ਮਨ ਦੇ ਵਿੱਚ ਹੁੰਦੀ ਹੈ ਵੀ ਹੋਵੇ ਨਾ ਹੋਵੇ। ਕਿਉਂ? ਅਸੀਂ ਸੇਧ ਲੈਣੀ ਹੈ, ਅਸੀਂ ਇਹ ਨਹੀਂ ਵੀ ਕਿੰਨੇ ਕੀ ਕਿਹਾ ਸੀ। ਉਹ 2 ਜਾਨਵਰ ਲੈ ਕੇ ਦੋਵਾਂ ਮੁਰੀਦਾਂ ਨੂੰ ਫੜਾ ਦਿੱਤੇ ਤੇ ਕਹਿਣ ਲੱਗਾ ਬਈ ਇਹਨੂੰ ਉੱਥੇ ਜਾ ਕੇ ਮਾਰ ਕੇ ਲੈ ਕੇ ਆਓ ਜਿੱਥੇ ਕੋਈ ਇਹ ਵੇਖਦਾ ਨਾ ਹੋਵੇ। ਇਹਦੀ ਜਾਨ ਉੱਥੇ ਕੱਢਿਆ ਜੇ ਜਿੱਥੇ ਕੋਈ ਵੇਖਦਾ ਨਾ ਹੋਵੇ। ਇੱਕ ਮੇਰੇ ਵਰਗਾ ਬੇਸਮਝ ਸੀ, ਇਹਨੇ ਕਿਹਾ ਵੀ ਲੈ ਵੀ ਬਾਬਾ ਜੀ ਨੇ, ਸਾਧ ਨੇ ਇਹ ਕਿਹੜੀ ਵੱਡੀ ਗੱਲ ਕਹੀ ਹੈ। ਫੜਿਆ ਜਾਨਵਰ ਤੇ ਥੋੜੀ ਦੂਰ ਤੇ ਗਿਆ, ਖੱਬਾ ਵੇਖਿਆ, ਸੱਜਾ ਵੇਖਿਆ, ਅੱਗੇ ਵੇਖਿਆ, ਪਿੱਛੇ ਵੇਖਿਆ। ਉਹਨੇ ਕਿਹਾ ਸੀ ਜਿੱਥੇ ਮਰਜ਼ੀ ਲੈ ਜਾਓ, ਪਰ ਜਿੱਥੇ ਕੋਈ ਵੇਖਦਾ ਨਾ ਹੋਵੇ ਉੱਥੇ ਇਹਦੀ ਜਾਨ ਕੱਢਣੀ ਹੈ, ਮਾਰਨਾ ਉੱਥੇ ਹੈ। ਇੱਕ ਨੇ ਮੇਰੇ ਵਰਗੇ ਨੇ ਬੇਸਮਝ ਨੇ ਵੇਖਿਆ, ਖੱਬਾ ਸੱਜਾ ਵੇਖਿਆ, ਇੱਧਰ ਉੱਧਰ ਕੋਈ ਵੇਖਦਾ ਹੀ ਨਹੀਂ। ਉਹਨੇ ਉਸੇ ਵੇਲੇ ਧੌਣ ਮਰੋੜੀ ਤੇ ਲੈ ਆ, ਕਹਿੰਦਾ ਲਓ ਜੀ ਹੋ ਗਿਆ ਕੰਮ, ਜਿਹੜਾ ਤੁਸੀਂ ਸੇਵਾ ਲਾਈ ਸੀ ਨਿਬੜ ਗਈ ਹੈ। ਇੱਕ ਜਿਹੜਾ ਸੀ ਉਹ ਗਿਆ, ਦੂਰ ਤੁਰਿਆ ਗਿਆ, ਦੂਰ ਤੁਰਿਆ ਗਿਆ, ਕਿਸੇ ਝਾੜੀਆਂ, ਕਿਸੇ ਜੰਗਲ, ਕਿਸੇ
ਜਾਂ ਗੰਨੇ ਦਾ ਖੇਤ, ਜਿੱਥੇ ਵੀ ਲੁੱਕ ਸੀ ਉੱਥੇ ਵੇਖਿਆ ਵੀ ਹੁਣ ਇੱਥੇ ਲੁੱਕ ਹੈਗੀ ਹੈ, ਉੱਥੇ ਉਸ ਦਾ ਮੈਂ ਉਹਨੂੰ ਮ੍ਰਿਤੂ ਕਰਾਂਗਾ। ਫਿਰ ਵੇਖਦਾ ਹੈ, ਆਖਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ ਉਸ ਨੇ ਇਹ ਗੱਲ ਕਹੀ ਸੀ ਵੀ ਜਿੱਥੇ ਕੋਈ ਵੇਖਦਾ ਨਾ ਹੋਵੇ ਉੱਥੇ ਇਹਨੂੰ ਮਾਰਨਾ ਹੈ। ਹੁਣ ਉਹ ਪੰਛੀ ਨੂੰ ਵੇਖਦਾ, ਜਾਨਵਰ ਨੂੰ ਵੇਖਦਾ, ਜਾਨਵਰ ਨੇ ਉਹਨੂੰ ਵੇਖਿਆ, ਉਹ ਜਾਨਵਰ ਨੂੰ ਵੇਖਦਾ, ਆਖਦਾ ਮੈਂ ਇਹਨੂੰ ਵੇਖਣ ਡਿਆ, ਇਹ ਮੈਨੂੰ ਵੇਖਣ ਡਿਆ ਹੈ। ਹੁਣ ਉਹਨੇ ਤੇ ਕਿਹਾ ਸੀ ਜਿੱਥੇ ਕੋਈ ਵੇਖਦਾ ਨਾ ਹੋਵੇ ਉੱਥੇ ਮਾਰਨਾ, ਇਹ ਮੈਨੂੰ ਵੇਖ ਰਿਹਾ, ਮੈਂ ਇਹਨੂੰ ਵੇਖ ਰਿਹਾ, ਕਿਵੇਂ ਮਾਰਾਂ? ਫਿਰ ਮਨ ਵਿੱਚ ਇੱਕ ਫੁਰਨਾ ਹੋਰ ਫੁਰਿਆ, ਜਿਹੜਾ ਰੱਬ ਹੈ, ਪਰਮਾਤਮਾ ਹੈ, ਉਹ ਤੇ ਸਾਰੀਆਂ ਥਾਵਾਂ ਤੇ ਹੀ ਵੇਖਦਾ ਹੈ ਜੀ। ਉਹ ਤੇ ਕੋਈ ਥਾਂ ਐਵੇਂ ਜੀ ਨਹੀਂ ਹੈ ਕਿ ਜਿੱਥੇ ਨਾ ਵੇਖਦਾ ਹੋਵੇ, ਕਿਉਂਕਿ ਬਾਣੀ ਕਹਿ ਰਹੀ ਹੈ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਵਣਾ ਮੀਨਸ ਜੰਗਲਾਂ ਦੇ ਵਿੱਚ ਵੀ ਹੈ, ਉਹ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਸਪੇਸ ਵਿੱਚ ਵੀ ਹੈ, ਉਹ ਜ਼ਰਾ ਜ਼ਰਾ ਦੇ ਵਿੱਚ ਸਮਾਇਆ ਹੋਇਆ। ਤੇ ਮੈਨੂੰ ਤੇ ਮੇਰੇ ਭੇਜਣ ਵਾਲੇ ਨੇ ਇਹ ਆਖਿਆ ਵੀ ਜਿੱਥੇ ਕੋਈ ਨਾ ਵੇਖਦਾ ਹੋਵੇ ਉੱਥੇ ਇਹਨੂੰ ਮਾਰਨਾ ਏ। ਹੁਣ ਮੈਂ ਇਹਨੂੰ ਕਿਵੇਂ ਮਾਰਾਂ? ਇੱਥੇ ਵੀ ਰੱਬ ਵੇਖਣ ਡਿਆ, ਇਹਨੂੰ ਮੈਂ ਮਾਰਾਂ ਕਿਵੇਂ? ਬਹੁਤ ਸਮਾਂ ਲਾ ਕੇ ਝੂਰਦਾ ਹੋਇਆ, ਨਿੰਮੋ ਝੂਣਾ ਜਿਹਾ ਹੋ ਕੇ ਵਾਪਸ ਮੁੜ ਆਇਆ ਤੇ ਕਹਿਣ ਲੱਗਾ, ਸਾਧ ਜੀ, ਬਾਬਾ ਸੰਤ ਜੀ, ਆ ਜਿਹੜਾ ਪੰਛੀ ਮੈਨੂੰ ਵੇਖ ਰਿਹਾ ਸੀ, ਮੈਂ ਇਹਨੂੰ ਵੇਖ ਰਿਹਾ ਸੀ ਤੇ ਮੇਰਾ ਇਹਦਾ ਗਲ ਮਰੋੜਨ ਨੂੰ ਦਿਲ ਨਹੀਂ ਕੀਤਾ। ਮੇਰੇ ਅੰਦਰੋਂ ਆਵਾਜ਼ ਆਈ ਕਿ ਇਹ ਮੈਨੂੰ ਵੇਖਦਾ, ਮੈਂ ਇਹਨੂੰ ਵੇਖ ਰਿਹਾ। ਫਿਰ ਮੇਰੇ ਅੰਦਰੋਂ ਫੁਰਨਾ ਫੁਰਿਆ ਕਿ ਰੱਬ ਜਿਹੜਾ ਤੁਸੀਂ ਕਥਾ ਵਿੱਚ ਕਹਿੰਦੇ ਹੋ ਕਿ ਸਾਰੀਆਂ ਥਾਵਾਂ ਤੇ ਵੇਖਦਾ ਹੈ, ਜਦੋਂ ਤੁਸੀਂ ਪ੍ਰਵਚਨ ਕਰਦੇ ਹੋ, ਸੰਗਤਾਂ ਨੂੰ ਸੁਣਾਉਂਦੇ ਹੋ, ਰੱਬ ਸਾਰੀਆਂ ਥਾਵਾਂ ਤੇ ਵੇਖਦਾ ਹੈ। ਫਿਰ ਮੇਰੇ ਅੰਦਰ ਫੁਰਨਾ ਫੁਰਿਆ ਵੀ ਰੱਬ ਸਾਰੀਆਂ ਥਾਵਾਂ ਤੇ ਵੇਖਦਾ ਹੈ ਤੇ ਤੁਸੀਂ ਤੇ ਕਿਹਾ ਜਿੱਥੇ ਨਾ ਵੇਖਦਾ ਹੋਵੇ ਉੱਥੇ ਮਾਰਨਾ ਹੈ। ਇਸ ਕਰਕੇ ਇਹਦੀ ਧੌਣ ਮੇਥੋਂ ਮਰੋੜੀ ਨਹੀਂ ਗਈ, ਮਾਰਿਆ ਨਹੀਂ ਗਿਆ, ਮੈਂ ਵਾਪਸ ਆ ਗਿਆ। ਬਸ ਉਹਨੇ ਕਿਹਾ ਜਾ ਤੂੰ ਰੱਬ ਨੂੰ ਪ੍ਰਵਾਣਿਆ ਗਿਆ, ਤੈਨੂੰ ਇਹ ਪਤਾ ਲੱਗ ਗਿਆ ਹੈ ਕਿ ਰੱਬ ਸਾਰੀਆਂ ਥਾਵਾਂ ਤੇ ਵੇਖਦਾ ਹੈ। ਇੰਨੀ ਗੱਲ ਦੀ ਸਮਝ ਜੇ ਕਿਧਰੇ ਗੁਰੂ ਕੀ ਬਾਣੀ ਪੜ੍ਹਨ ਸੁਣਨ ਵਾਲਿਓ ਸਾਨੂੰ ਆ ਜਾਵੇ ਕਿ ਰੱਬ ਸਾਰੀਆਂ ਥਾਵਾਂ ਤੇ ਵੇਖਦਾ ਪਿਆ ਏ, ਫਿਰ ਅਸੀਂ ਦੁਸ਼ਕਰਮ ਨਹੀਂ ਕਰਾਂਗੇ, ਮਾੜੇ ਕਰਮ ਨਹੀਂ ਕਰਾਂਗੇ। ਉਦੋਂ ਹੀ ਇੱਕਦਮ ਫੁਰਨਾ ਫੁਰੇਗਾ, ਨਾ ਬਈ ਨਾ, ਇਹ ਮਨਾ ਨਾ ਕਰੀ ਕਿ ਤੂੰ ਤੇ ਹੁਣੇ ਬਾਣੀ ਪੜ੍ਹ ਕੇ ਆਇਆ ਸੀ, ਸੁਣ ਕੇ ਆਇਆ ਸੀ ਕਿ ਪਰਮਾਤਮਾ ਤੇ ਸਾਰੀਆਂ ਥਾਵਾਂ ਤੇ ਵੇਖਦਾ ਪਿਆ ਹੈ। ਤੂੰ ਤੇ ਹੁਣੇ ਗਾ ਰਿਹਾ ਸੀ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਕਿੰਨੇ ਦੁੱਖ ਵਾਲੀ ਗੱਲ ਹੈ ਜੇ ਤੈਨੂੰ ਉਹ ਚਿੱਤ ਦੇ ਵਿੱਚ ਚੇਤਾ ਨਾ ਆਵੇ। ਪਰ ਜਿਹੜੇ ਸਿਮਰਨ ਤੋਂ ਹੀਣੇ ਨੇ, ਸਿਮਰਨ ਤੋਂ ਸਖਰੇ ਨੇ, ਬਾਣੀ ਤੋਂ ਬਹੁਤ ਦੂਰ ਨੇ, ਬਾਣੀ ਤੋਂ ਬਹੁਤ ਦੂਰ ਨੇ, ਮੇਰੇ ਪਾਤਸ਼ਾਹ ਕਹਿੰਦੇ ਨੇ ਕਰੈ ਦੁਹਕਰਮ, ਉਹ ਅੰਦਰ ਵੜ ਕੇ ਦੁਹਕਰਮ ਕਰਦੇ ਨੇ, ਦੁਸ਼ਕਰਮ ਕਰਦੇ ਨੇ, ਮਿੰਸ ਮਾੜੇ ਕੰਮ, ਨੀਚ ਕੰਮ ਕਰਦੇ ਨੇ, ਜਿਹੜੇ ਬਾਹਰ ਦੱਸਣ ਯੋਗ ਵੀ ਨਹੀਂ ਹੁੰਦੇ, ਉਹ ਅੰਦਰ ਵੜ ਕੇ ਲੁਕ ਕੇ ਕਰਮ ਕਰਦੇ ਨੇ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਕੂੜ ਠੱਗੀ ਗੁੱਜੀ ਨਾ ਰਹਿ। ਕੂੜ ਮਿੰਸ ਝੂਠ, ਤੇ ਜਿਹੜੀ ਕਿਸੇ ਨੇ ਠੱਗੀ ਮਾਰੀ ਹੋਵੇ ਨਾ, ਕੂੜ ਠੱਗੀ ਗੁੱਜੀ ਨਾ ਰਹਿ, ਕੂੜ ਮੁਲੰਮਾ ਪਲੇਟ ਤਰੇ ਹੋ। ਮੁਲੰਮਾ, ਮੁਲੰਮਾ ਉਹਨੂੰ ਕਹਿੰਦੇ ਨੇ ਜਿਹੜੀ ਨਾ ਕਿਸੇ ਉੱਤੇ ਪਾਲਿਸ਼ ਚੜਾਈ ਹੋਵੇ, ਉਹਨੂੰ ਮੁਲੰਮਾ ਕਹਿੰਦੇ ਨੇ। ਮੁਲੰਮਾ ਪਾਲਿਸ਼ ਜਿਹੜੀ ਕੀਤੀ ਹੋਵੇ ਨਾ, ਜਿਵੇਂ ਚਾਂਦੀ ਦੇ ਉੱਤੇ ਸੋਨੇ ਦੀ ਪਾਲਿਸ਼ ਕਰ ਦਈਏ, ਪਿੱਤਲ ਦੇ ਉੱਤੇ ਸੋਨੇ ਦੀ ਪਾਲਿਸ਼ ਕਰ ਦਈਏ, ਨਿਕਲ ਜਿਹਨੂੰ ਕਹਿ ਦਈਏ ਆਪਾਂ, ਉਹਨੂੰ ਮੁਲੰਮਾ ਕਹਿੰਦੇ ਨੇ। ਤੇ ਜਿਹੜਾ ਮੁਲੰਮਾ ਹੈ ਉਹ ਸਦਾ ਤੇ ਨਹੀਂ ਰਹਿੰਦਾ ਨਾ। ਜਿਹੜੀ ਨਿਕਲ ਕੀਤਾ ਹੋਵੇ, ਸੋਨਾ ਤੇ ਸੋਨਾ ਹੀ ਹੁੰਦਾ ਹੈ, ਪਰ ਜੇ ਸੋਨੇ ਦਾ ਜਿਹੜਾ ਨਿਕਲ ਹੈ ਕਿਤੇ ਪਿੱਤਲ ਤੇ ਕਰ ਦਈਏ, ਜਾਂ ਸੋਨੇ ਦਾ ਨਿਕਲ ਕਿਧਰੇ ਚਾਂਦੀ ਤੇ ਕਰ ਦਈਏ, ਤੇ ਜਦੋਂ ਨਿਕਲ ਲੈ ਜਾਵੇਗਾ ਨਾ, ਨਿਕਲ ਉਤਰ ਜਾਏਗਾ ਤੇ ਫਿਰ ਅੰਦਰੋਂ ਚਾਂਦੀ ਲੱਗ ਜਾਏਗੀ। ਜੇ ਸੋਨੇ ਦਾ ਨਿਕਲ ਪਿੱਤਲ ਤੇ ਕੀਤਾ ਹੈ ਤੇ ਅੰਦਰੋਂ ਪਿੱਤਲ ਨਿਕਲ ਆਏਗਾ। ਸੋਨੇ ਦਾ ਨਿਕਲ ਜੇ ਲੋਹੇ ਤੇ ਕੀਤਾ ਹੈ ਤੇ ਇੱਕ ਦਿਨ ਲੋਹਾ ਜ਼ਰੂਰ ਨਿਕਲ ਆਉਣਾ ਹੈ। ਮੇਰਾ ਸਤਿਗੁਰੂ ਕਹਿੰਦਾ, ਮਨੁੱਖ ਜੇ ਤੂੰ ਅੰਦਰ ਵੜ ਕੇ ਗੁਨਾਹ ਕੀਤੇ ਨੇ ਤੇ ਤੇਰੇ ਪ੍ਰਗਟ ਜ਼ਰੂਰ ਹੋਣਗੇ। ਕਿਉਂਕਿ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਧਰਤੀ ਦਾ ਸੁਭਾਅ ਹੀ ਐਵੇਂ ਜਿਹਾ ਹੈ, ਜਿਵੇਂ ਜੇ ਆਪਾਂ ਧਰਤੀ ਦੇ ਵਿੱਚ ਬੀਜ ਬੀਜਦੇ ਨਾ, ਉਵੇਂ ਜਿਹਾ ਹੀ ਉਗਦਾ ਹੈ।
ਧਰਤੀ ਦੇ ਵਿੱਚ ਜਿਵੇਂ ਜਿਹਾ ਬੀਜ ਬੀਜੀਏ ਨਾ ਉਵੇਂ ਜਿਹਾ ਉਗਦਾ ਏ। ਬਾਬਾ ਫਰੀਦ ਜੀ ਨੇ ਬੜਾ ਸੋਹਣਾ ਕਿਹਾ, ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ। ਜ਼ਿਮੀਂਦਾਰ ਜੇ ਕਿੱਕਰਾਂ ਦਾ ਬੀਜ ਬੀਜ ਦੇਵੇ ਖੇਤ ਦੇ ਵਿੱਚ ਤੇ ਉੱਥੋਂ ਬਿਜੌਰ ਦੇਸ਼ ਦੀਆਂ ਦਾਖਾਂ ਦੀ ਆਸ ਰੱਖੀ ਫਿਰੇ ਵੀ ਇੱਥੋਂ ਬਿਜੌਰ ਦੇਸ਼ ਦੀਆਂ ਮਿੱਠੀਆਂ ਦਾਖਾਂ ਮੈਨੂੰ ਮਿਲ ਜਾਣਗੀਆਂ। ਬੀਜ ਮੈਂ ਪਾਇਆ ਕਿੱਕਰਾਂ ਦਾ, ਆਸ ਰੱਖੇ ਬਿਜੌਰ ਦੇਸ਼ ਦੀਆਂ ਮਿੱਠੀਆਂ ਦਾਖਾਂ ਦਾ, ਇਹ ਕਦੇ ਕਦਾਚਿਤ ਹੋ ਸਕਦਾ? ਇਹ ਗੱਲ ਪੋਸੀਬਲ ਨਹੀਂ ਹੈ। ਜਿਵੇਂ ਜਿਹਾ ਬੀਜ ਬੀਜਿਆ ਹੈ, ਮੇਰੇ ਸਾਹਿਬ ਜੀ ਕਹਿੰਦੇ ਨੇ ਤੈਨੂੰ ਉਵੇਂ ਜਿਹਾ ਫਲ ਮਿਲਣਾ ਹੈ। ਕਈ ਵਾਰੀ ਅਸੀਂ ਚੰਗਾ ਕੰਮ ਕਰੀਏ ਤੇ ਥੈਂਕ ਯੂ ਦੀ ਅਸੀਂ ਆਸ ਰੱਖਦੇ ਹਾਂ, ਧੰਨਵਾਦ ਦੀ ਆਸ ਰੱਖਦੇ ਹਾਂ, ਕੋਈ ਮੇਰਾ ਥੈਂਕਸ ਕਰੇ, ਧੰਨਵਾਦ ਕਰੇ। ਜੇ ਨਾ ਕਰੇ ਤੇ ਸਾਡੇ ਮਨ ਦੇ ਵਿੱਚ ਬਲਬਲੇ ਜਿਹੇ ਆਉਂਦੇ ਨੇ, ਲੈ ਵੀ ਧੰਨਵਾਦ ਵੀ ਨਹੀਂ ਇਹਨੇ ਕੀਤਾ। ਪਰ ਬੰਦਿਆ, ਜੇ ਤੂੰ ਮਾੜਾ ਕੰਮ ਕੀਤਾ ਹੈ ਤਾਂ ਉਹਦਾ ਵੀ ਤੈਨੂੰ ਫਲ ਜ਼ਰੂਰ ਸੋਚਿਆ ਕਰ, ਜ਼ਰੂਰ ਮਿਲੇਗਾ। ਕਿਉਂਕਿ ਧਰਤੀ ਦਾ ਸੁਭਾਅ ਐਵੇਂ ਜਿਹਾ ਹੈ ਤੇ ਰੱਬ ਦੇ ਘਰ ਵਿੱਚ ਵੀ ਉੱਥੇ ਨਿਆਂ ਹੁੰਦਾ ਏ, ਉੱਥੇ ਅਨਿਆਂ ਨਹੀਂ ਜੀ ਹੁੰਦਾ। ਉਹ ਨਿਆਲਿਆ, ਜਿਵੇਂ ਨਿਆਲਿਆਂ ਦੇ ਵਿੱਚ ਜਾਂਦੇ ਆ ਨਾ, ਅਸੀਂ ਕਚਹਿਰੀ ਵਿੱਚ ਜਾਂਦੇ ਆ, ਉੱਥੇ ਤੇ ਭਾਵੇਂ ਨਿਆਂ ਨਾ ਮਿਲੇ, ਅਨਿਆਂ ਹੋ ਜਾਵੇ ਝੂਠ ਦੀਆਂ ਗਵਾਹੀਆਂ ਤੇ, ਪਰ ਰੱਬ ਦੇ ਘਰ ਨਿਆਂ ਹੁੰਦਾ ਹੈ, ਅਨਿਆਂ ਨਹੀਂ ਹੁੰਦਾ। ਕਿਉਂਕਿ ਰੋਜ਼ ਅਸੀਂ ਪੜ੍ਹਦੇ ਹਾਂ, ਸੱਚੋ ਹੀ ਸੱਚ ਨਿਬੜੈ। ਉੱਥੇ ਸੱਚ ਦਾ ਪਹਿਰਾ ਹੈ, ਉੱਥੇ ਸੱਚ ਦੀ ਗਵਾਹੀ ਹੁੰਦੀ ਹੈ। ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜੱਜ ਮਾਲਿਆ। ਉੱਥੇ ਰੱਬ ਦੀ ਕਚਹਿਰੀ ਦੇ ਵਿੱਚ ਸੱਚ ਦੀ ਗੱਲ ਹੁੰਦੀ ਹੈ। ਕਿਉਂਕਿ ਉਹ ਸੱਚ ਦੀ ਗੱਲ ਇਸ ਕਰਕੇ ਹੈ ਕਿ ਉਹਨੇ ਕਿਸੇ ਦੀ ਗਵਾਹੀ ਦੀ ਲੋੜ ਨਹੀਂ ਹੈ ਨਾ ਉਹਨੂੰ। ਹੁਣ ਜੱਜ ਨੂੰ ਤੇ ਗਵਾਹੀ ਦੀ ਲੋੜ ਹੈ, ਵਕੀਲ ਉਹ ਸੈਟਿਸਫੈਕਸ਼ਨ ਕਰਦੇ ਨੇ, ਉੱਥੇ ਬਹਿਸਾਂ ਹੁੰਦੀਆਂ ਨੇ, ਸਾਲਾਂ ਬੱਧੀ ਲੱਗ ਜਾਂਦੇ ਨੇ ਇੱਕ ਚੀਜ਼ ਨੂੰ, ਕਿਉਂਕਿ ਉਹਨੂੰ ਗਵਾਹੀਆਂ ਦੀ ਲੋੜ ਹੈ। ਤੇ ਕਈ ਗਵਾਹ ਬਹਿ ਜਾਂਦੇ ਨੇ, ਕਈ ਗਵਾਹ ਆਪਣੇ ਜਿਹੜੇ ਬੋਲ ਵਾਪਸ ਲੈ ਲੈਂਦੇ ਨੇ, ਮੇਰੇ ਤੋਂ ਗਲਤੀ ਨਾਲ ਨਿਕਲ ਗਿਆ, ਇਸ ਤਰ੍ਹਾਂ ਹੈ ਨਹੀਂ ਸੀ। ਪਰ ਉੱਥੇ ਰੱਬ ਦੇ ਘਰ ਵਿੱਚ ਉਹਨੇ ਸਾਰਿਆਂ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਉਹਨੂੰ ਕਿਸੇ ਗਵਾਹ ਦੀ ਲੋੜ ਨਹੀਂ ਹੈਗੀ, ਉੱਥੇ ਗਵਾਹੀਆਂ ਦੀ ਲੋੜ ਨਹੀਂ। ਉੱਥੇ ਤੇ ਉਹ ਆਪ ਆਪਣੀਆਂ ਅੱਖਾਂ ਨਾਲ ਵੇਖ ਰਿਹਾ, ਤੂੰ ਕੀਤਾ ਕੀ ਤੇ ਕਰ ਕੀ ਰਿਹਾ ਹੈ। ਉਹ ਤੇ ਪਾਰਦਰਸ਼ੀ ਹੈ, ਉਹ ਤੇ ਤੇਰੇ ਅੰਦਰ ਦੀਆਂ ਜਾਣਦਾ ਪਿਆ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਕਰੈ ਦੁਹਕਰਮ ਦਿਖਾਵੈ ਹੋਰ। ਵਿਖਾਵਾ ਬਾਹਰ ਹੋਰ ਕਰਦਾ ਹੈ, ਅੰਦਰ ਬਹਿ ਕੇ ਹੋਰ ਕਰਦਾ ਹੈ। ਤਾਂ ਫਰੀਦ ਜੀ ਕਹਿੰਦੇ ਨੇ, ਫਰੀਦਾ ਦਰ ਦਰ ਵਾਜੈ ਜਾਏ ਕੈ, ਕਿਉਂ ਡਿਠੋ ਘੜਿਆਲ। ਫਰੀਦਾ, ਕਦੀ ਕਿਸੇ ਦੇ ਦਰਵਾਜ਼ੇ ਨਾਲ ਬੱਧਾ ਹੋਇਆ ਘੜਿਆਲ ਜਿਹਦੇ ਉੱਤੇ ਚੋਟਾਂ ਪੈ ਰਹੀਆਂ ਨੇ। ਘੜਿਆਲ ਜਦੋਂ ਹੁਣ ਨਾ, ਹੁਣ ਤੇ ਪਰੰਪਰਾ ਹੀ ਸਾਡੀ ਖਤਮ ਹੁੰਦੀ ਜਾਂਦੀ ਹੈ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਕਿਤੇ ਜਾਂਦਾ ਹੈ ਨਾ, ਘਰਾਂ ਵਿੱਚ ਲੈ ਕੇ ਜਾਣਾ, ਤੇ ਅੱਗੇ ਘੜਿਆਲ ਵਾਲੇ ਨੇ ਨਾ ਇੰਜ ਫੜ ਕੇ ਘੜਿਆਲ ਖੜਕਾਉਣਾ ਤੇ ਪਤਾ ਲੱਗ ਜਾਣਾ ਵੀ ਸ਼ਹਿਨਸ਼ਾਹ ਆ ਰਿਹਾ, ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਰਹੇ ਨੇ। ਤੇ ਜਿਹੜਾ ਨੇ ਜੋੜੇ ਪਾਏ ਹੁੰਦੇ ਸਨ, ਜੋੜੇ ਲਾ ਕੇ ਸਾਈਡ ਤੇ ਖਲੋ ਜਾਂਦੇ ਸਨ। ਗੱਡੀਆਂ ਵਾਲੇ ਗੱਡੀਆਂ ਖਿਲਾਰ ਕੇ ਰੋਕ ਕੇ ਆਪਣੇ ਪਾਸੇ ਤੇ ਖਲੋ ਜਾਂਦੇ ਹਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਰਹੇ, ਦੀਨ ਦੁਨੀਆ ਦੇ ਮਾਲਕ ਆ ਰਹੇ ਨੇ। ਸਕੂਲਾਂ ਦੇ ਵਿੱਚ ਮੇਰੇ ਨਿੱਕੇ ਹੁੰਦਿਆਂ ਮੈਂ ਆਪ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਘੜਿਆਲ ਵੱਜਦਾ ਸੀ ਬਈ ਹੁਣ ਲੰਚ ਦਾ ਟਾਈਮ ਹੋ ਗਿਆ, ਤੁਹਾਡੇ ਇੰਟਰਪੈਲ ਦਾ ਟਾਈਮ ਹੋ ਗਿਆ, ਤੇ ਘੜਿਆਲ ਦੇ ਉੱਤੇ ਚੋਟ ਵੱਜਦੀ ਸੀ। ਭੱਜ ਕੇ ਨਿਆਣੇ ਇੱਕਦਮ ਨਿਕਲਦੇ ਸਨ ਬਈ ਹੁਣ ਛੁੱਟੀ ਹੋ ਗਈ ਹੈ। ਫਿਰ ਚੋਟ ਵੱਜਦੀ ਸੀ, ਭੱਜ ਕੇ ਫਿਰ ਆਪੋ ਆਪਣੀਆਂ ਕਲਾਸਾਂ 'ਚ ਆਉਂਦੇ ਸਨ ਬਈ ਹੁਣ ਸਾਡਾ ਕਲਾਸ ਅਟੈਂਡ ਕਰਨ ਦਾ ਸਮਾਂ ਹੋ ਗਿਆ। ਭਗਤ ਜੀ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਇਹ ਨਦੋਸ਼ਾ ਹੈ, ਇਹਨੂੰ ਵੇਖ ਰੋਜ਼ ਚੋਟਾਂ ਪੈਂਦੀਆਂ ਨੇ, ਦੁਪਹਿਰੇ ਪੈਂਦੀਆਂ, ਸ਼ਾਮ ਪੈਂਦੀਆਂ, ਤੇ ਜਿਹਨੇ ਦੋਸ਼ ਕੀਤਾ ਹੈ ਬੰਦਿਆ, ਦੱਸ ਤੇਰਾ ਕੀ ਹੋਵੇਗਾ, ਦੱਸ ਤੇਰਾ ਕੀ ਹਾਲ ਹੋਵੇਗਾ। ਫਰੀਦਾ ਦਰ ਦਰ ਵਾਜੈ ਜਾਏ ਕੈ, ਕਿਉਂ ਡਿਠੋ ਘੜਿਆਲ। ਇਹ ਨਦੋਸ਼ਾ ਮਾਰੀਐ ਹਮ ਦੋਸ਼ਾਂ ਦਾ ਕਿਆ ਹਾਲ। ਸਾਡੇ ਦੋਸ਼ੀਆਂ ਦਾ ਕੀ ਹਾਲ ਹੋਏਗਾ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਪਏ ਨੇ, ਸੋਹੇੜਾ ਘੜਿਆਲ ਜਿਉ ਧਲ ਧਨ। ਗੁਰੂ ਨਾਨਕ ਸਾਹਿਬ ਗੁਰੂ ਪੰਜਵੇਂ ਪਾਤਸ਼ਾਹ ਕੀ ਆਖਦੇ ਨੇ, ਕਰੈ ਦੋ ਕਰਮ ਦਿਖਾਵੈ ਹੋਰ। ਘੜਿਆਲ ਤੇ ਚੋਟਾਂ ਪੈਂਦੀਆਂ ਨੇ, ਬੰਦਿਆ ਦਿਨੇ ਰਾਤ
तेरे उत्ते विकारां दियां सट्टां पै रहीआं। सानूं पैंदियां ने ना सट्टां, पर असीं इस नूं समझदे नहीं। असीं दुखी होंदे आ ना ਜਦੋਂ ਸਾਡੇ ਅੰਦਰ ਕਾਮ ਆਉਂਦਾ ਹੈ, ਕ੍ਰੋਧ ਆ ਜਾਂਦਾ ਹੈ, ਲੋਭ ਆ ਜਾਂਦਾ ਹੈ। ਲੋਭ ਹੋਵੇ ਤੇ ਬੜਾ ਦੁਖੀ ਹੁੰਦੇ ਆ ਵੀ ਅੱਜ ਸਾਨੂੰ ਕੁਝ ਬਣਿਆ ਨਹੀਂ, ਅੱਜ ਕੋਈ ਦਾਅ ਨਹੀਂ ਲੱਗਾ। ਬੜੇ ਦੁਖੀ ਹੁੰਦੇ ਆ ਵੀ ਅੱਜ ਕੁਝ ਬਣਿਆ ਨਹੀਂ, ਦਾਅ ਨਹੀਂ ਲੱਗਾ, ਅੱਜ ਕੋਈ ਅੱਜ ਫਸਿਆ ਨਹੀਂ। ਬੜੇ ਦੁਖੀ ਹੁੰਦੇ ਰਹਿੰਦੇ ਆ ਲੋਭ ਵਿੱਚ, ਮੋਹ ਕਰਕੇ ਅਸੀਂ ਦੁਖੀ ਹੁੰਦੇ ਰਹਿੰਦੇ। ਆ ਸੱਟਾਂ ਹੀ ਨੇ, ਆ ਚੋਟਾਂ ਵੱਜ ਰਹੀਆਂ ਨੇ ਰੋਜ਼ ਸਾਨੂੰ, ਪਰ ਇੰਨੇ ਢੀਠ ਅਸੀਂ ਮੰਨਦੇ ਨਹੀਂ ਆ। रोज चोटां लगदियां ने, रोज सट्टां लगदियां ने, फिर अंदर लुक के विकार भोगदे आ। मेरे साहब जी कहंदे ने रोज सट्टां खाना है पर तू समझ नहीं तैनूं आउंदी। मेरे साहब जी कहंदे ने करै दुख कर्म दिखावै होर। ध्यान दिया जी, राम की दरगाह, दरगाह दा अर्थ करांगे दरबार, दरगाह दा अर्थ करांगे न्यायालय, न्याय जिथे हुंदा है, जिन्हों असीं कचहरी कह दईए। जिवें कोई सन लगी होवे, कोई चोर सन ला लैंदा है। पहला चोर पता किवें सन ला के घर नूं, हुण ते चोरां दा स्टाइल ही वखरा हो गया, चोरी करन दा भी वखरा हो गया। पहला जिहड़े चोर सन, हुण ओह घर दे लोग रात नूं सुत्ते हुंदे सन विहड़े विच, ते उहने घर दे दरवाजे पिछों ना कंध नूं पाड़ना, ते कंध पाड़ के मोरा कढना, ते मोरा कढ के सारे दा सारा समान लै जाना, पंडा बन के लै जाना, खाली कर देना घर। ਤੇ ਜੇ ਐਵੇਂ ਸੰਨ ਲਾ ਕੇ ਕੋਈ ਚੋਰ ਮੌਕੇ ਤੇ ਫੜਿਆ ਜਾਂਦਾ ਸੀ, ਜਿਹਨੇ ਸੰਨ ਲਾਈ ਸੀ, ਆਹਾ, ਫਿਰ ਉਸ ਚੋਰ ਦਾ ਹਾਲ ਕੀ ਕਰਦੇ ਨੇ? ਬੜੀ ਉਹਨੂੰ ਕੁੱਟ ਪੈਂਦੀ ਹੈ, ਬੜੀ ਮਾਰ ਪੈਂਦੀ ਹੈ। ਉਹਨੂੰ ਪੁੱਠਾ ਲਟਕਾ ਕੇ ਉਹਨੂੰ ਮਾਰਿਆ ਜਾਂਦਾ ਸੀ ਵੀ ਤੂੰ ਇੰਨਾ ਗੁਨਾਹ ਕੀਤਾ, ਤੂੰ ਘਰ ਪਾੜ ਕੇ ਸਾਰਾ ਕੁਝ ਕੱਢ ਰਿਹਾ ਸੀ। ਹੁਣ ਮੇਰੇ ਸਾਹਿਬ ਜੀ ਕਹਿੰਦੇ ਨੇ ਚੋਰ ਨੂੰ ਕਦੀ ਖਾਂਦਿਆਂ ਨਾ ਵੇਖਿਆ ਕਰੋ। ਅਸੀਂ ਚੋਰ ਨੂੰ ਨਾ ਖਾਂਦਿਆਂ ਵੇਖਦੇ ਹਾਂ ਵੀ ਇਹ ਕਿੰਨੇ ਗੁਲਛਰੇ ਵਡਾ ਰਿਹਾ, ਇਹ ਠੱਗ ਹੈ, ਇਹਨੇ ਕਿੰਨੀਆਂ ਠੱਗੀਆਂ ਮਾਰਿਆ, ਇਹ ਕਿੰਨੀਆਂ ਵੱਡੀਆਂ ਗੱਡੀਆਂ ਤੇ ਕਿੰਨੇ ਐਸ਼ੋ ਇਸ਼ਰਤ ਤੇ ਕਿੰਨੇ ਸੁੱਖ ਭੋਗ ਰਿਹਾ ਹੈ। ਚੋਰ ਨੂੰ ਨਿਰੇ ਖਾਂਦਿਆਂ ਨਹੀਂ ਵੇਖਣਾ ਚਾਹੀਦਾ, ਚੋਰ ਨੂੰ ਕੁੱਟ ਖਾਂਦਿਆਂ ਵੇਖਣਾ ਚਾਹੀਦਾ। ਬਈ ਜਦੋਂ ਕੁੱਟ ਖਾ ਰਿਹਾ ਹੋਵੇ ਨਾ, ਜਦੋਂ ਉਹਨੂੰ ਪੁੱਠਾ ਲਟਕਾਇਆ ਹੋਵੇ, ਤੇ ਉਦੋਂ ਵੀ ਵੇਖਣਾ ਚਾਹੀਦਾ ਵੀ ਇਹਦੀ ਹੁਣ ਹਾਲਤ ਕੀ, ਕਿਵੇਂ ਬੋੜੀ ਬੋੜੀ ਕਰਦਾ, ਕਿਵੇਂ ਹੁਣ ਤਰਲੇ ਲੈਂਦਾ, ਮੈਨੂੰ ਪੁੱਠਾ ਲਟਕਾਇਆ ਏ, ਮੈਨੂੰ ਛੱਡ ਦੇ। ਮੇਰੇ ਸਾਹਿਬ ਜੀ ਕਹਿੰਦੇ ਨੇ ਬੰਦਿਆ, ਜੇ ਤੂੰ ਦੁਸ਼ਕਰਮ ਕਰੇਂਗਾ, ਦੁਸ਼ਕਰਮ ਕਰੇਂਗਾ, ਤੇਰੀ ਵੀ ਇਹ ਹਾਲਤ ਹੋਵੇਗੀ, ਤੈਨੂੰ ਵੀ ਮਾਂ ਦੇ ਕੁੱਖ ਵਿੱਚ ਵਾਰ-ਵਾਰ ਪੁੱਠਾ ਲਟਕਣਾ ਪਵੇਗਾ, ਤੈਨੂੰ ਵੀ ਵਾਰ-ਵਾਰ ਪੁੱਠਾ ਲਟਕਣਾ ਪਏਗਾ। ਤੇ ਜਦੋਂ ਕਿਸੇ ਨੂੰ ਪੁੱਠਾ ਲਟਕਾਇਆ ਹੁੰਦਾ ਏ, ਉਹ ਤੇ ਬੋੜੀ ਕਰਦਾ, ਤਰਲੇ ਲੈਂਦਾ ਏ, ਉਹ ਮੈਨੂੰ ਇੱਕ ਵਾਰੀ ਛੱਡ ਦੇ, ਮੈਨੂੰ ਸਿੱਧਾ ਤੇ ਹੋਣ ਦੇ, ਮੈਂ ਮੰਨ ਲੈਣਾ, ਮੰਨ ਜਾਣਾ, ਜੋ ਕਹਿਣਾ ਉਹ ਕਰਦਾ ਵਾਂ, ਕਰਨ ਲਈ ਤਿਆਰ ਹੁੰਦਾ ਵਾਂ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਬੰਦਿਆ, ਜੇ ਤੂੰ ਲੁਕ ਕੇ ਦੁਸ਼ਕਰਮ ਕਰੇਂਗਾ, ਮਾੜੇ ਕਰਮ ਕਰਦਾ ਰਹੇਂਗਾ, ਵਾਰ-ਵਾਰ ਕੁੰਭੀ ਨਰਕ ਵਿੱਚ ਜਾਏਗਾ, ਵਾਰ-ਵਾਰ ਪੁੱਠਾ ਲਟਕੇਗਾ। ਮਾਂ ਦੀ ਕੁੱਖ ਵਿੱਚ ਬਾਲਕ ਪੁੱਠਾ ਲਟਕਦਾ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਚੋਰ ਨੂੰ ਪੁੱਠਾ ਲਟਕਾ ਕੇ ਮਾਰ ਪੈਂਦੀ ਹੈ, ਮੇਰਾ ਸਤਿਗੁਰੂ ਕਹਿੰਦਾ ਹੈ ਬੰਦਿਆਂ, ਇਸੇ ਤਰ੍ਹਾਂ ਹੀ ਜਿਹੜੇ ਦੁਸ਼ਕਰਮ ਕਰਦੇ ਨੇ, ਮਾੜੇ ਕਰਮ ਕਰਦੇ ਨੇ, ਰੱਬ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ, ਰੱਬ ਦੀ ਕਚਹਿਰੀ ਵਿੱਚ ਉਹਨਾਂ ਦੇ ਨਿਆਂ, ਜਿੱਥੇ ਨਿਆਂ ਹੁੰਦਾ ਹੈ ਨਾ, ਉੱਥੇ ਉਹਨਾਂ ਨੂੰ ਵੀ ਸਜ਼ਾ ਮਿਲਦੀ ਹੈ। ਸਜ਼ਾ ਕਿਹੜੀ ਮਿਲਦੀ ਹੈ ਜੀ? ਉਹਨੂੰ ਆਵਾ ਗਾਉਣ, ਜੰਮਣ ਮਰਨ ਦੇ ਗੇੜੇ ਵਿੱਚ ਸੁੱਟ ਦਿੱਤਾ ਜਾਂਦਾ ਵੀ ਚੱਲ ਜਨਮ ਲੈਂਦਾ ਰਹਿ ਤੇ ਮਰਦਾ ਰਹਿ, ਤੇ ਵਿਛੋੜੇ ਦੀਆਂ ਵਾਰ-ਵਾਰ ਚੋਟਾਂ ਸਹਿੰਦਾ ਰਹਿ। ਜਦੋਂ ਵਿਛੋੜਾ ਪੈਂਦਾ ਹੈ ਮਨੁੱਖ ਨੂੰ ਬੜਾ ਦੁੱਖ ਹੁੰਦਾ ਹੈ। ਕਈ ਜਨਮ, ਉਹਨੂੰ ਬਾਣੀ ਵਿੱਚ ਪੜ੍ਹਦੇ ਆ ਨਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ। ਕਾਲ ਕਹਿੰਦੇ ਨੇ ਬੜੇ ਸਮੇਂ ਬਾਅਦ, ਚਿਰੰਕਾਲ ਇਹ ਦੇਹ ਸੰਧਰਿਆ। ਇਹ ਦੇਹੀ, ਇਹ ਜਿਹੜੀ ਕਾਇਆ ਹੈ, ਜਿਹੜਾ ਤੈਨੂੰ ਸੋਹਣਾ ਸਰੀਰ ਮਿਲਿਆ ਹੈ ਨਾ, ਇਹ ਮਨੁੱਖਾ ਜਾਮਾ ਜਿਹੜਾ ਮਿਲਿਆ ਹੈ ਨਾ, ਸ਼੍ਰੋਮਣੀ ਜਾਮਾ ਜਿਹੜਾ ਮਿਲਿਆ ਹੈ ਨਾ, ਬੜੇ ਚਿਰ ਬਾਅਦ ਮਿਲਿਆ। ਤੇ ਇਹ ਇੰਨੇ ਚਿਰ ਬਾਅਦ ਮਿਲਿਆ ਹੈ, ਇਹਨੂੰ ਐਵੇਂ ਨਾ ਗਵਾਈ ਜਾ। ਰੋਜ਼ ਸੁਖਮਨੀ ਦੇ ਪਾਠ ਵਿੱਚ ਪੜ੍ਹਦਾ ਸੁਣਦਾ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖਾਂ ਵਾਲਾ ਜਨਮ ਲੈ ਕੇ ਬੰਦਿਆ ਤੂੰ ਕਿਉਂ ਕਰਤੂਤਾਂ ਪਸ਼ੂਆਂ ਵਾਲੀਆਂ ਕਰਦਾ ਹੈ? ਪਸ਼ੂ ਤੇ ਪਸ਼ੂ ਹੈ ਹੀ ਹੈ,
ਪਸ਼ੂ ਤੇ ਵੇਖੋ ਉਹ ਲੁਕ ਕੇ ਨਹੀਂ ਕਰਦਾ, ਜੇ ਕੋਈ ਮਾੜਾ ਕਰਮ ਕਰਦਾ ਪਸ਼ੂ ਤੇ ਸਾਹਮਣੇ ਕਰੀ ਜਾਂਦਾ ਹੈ ਨਾ, ਪਰ ਬੰਦਾ ਲੁਕ ਕੇ ਕਰਦਾ ਹੈ। ਪਸ਼ੂ ਤੇ ਪਸ਼ੂ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਲੋਕਾਂ ਨੂੰ ਬੜੇ ਮੈਸੇਜ ਚੰਗੇ ਦੇਣੇ ਚਾਹੁੰਦਾ ਹੈ, ਵਿਖਾਵਾ ਕੁਝ ਹੋਰ ਕਰਦਾ ਹੈ, ਅੰਦਰ ਕੁਝ ਹੋਰ ਚੱਲਦਾ ਹੈ। ਇੱਕ ਮੈਂ ਨਿੱਕੀ ਜਿਹੀ ਘਟਨਾ ਸੁਣਾ ਦੇਵਾਂ, ਸਮਾਂ ਤੇ ਮੇਰਾ ਨੇੜੇ ਆ ਗਿਆ, ਚਲੋ ਮੈਂ ਸੁਣਾਉਣਾ। ਕੋਈ ਇੱਕ ਨਿਰਤਕਾਰੀ ਕਰਨ ਵਾਲੀ ਸੀ ਇਸਤਰੀ, ਉਹ ਨਿਰਤਕਾਰੀ ਕਰਦੀ ਹੈ, ਕਿਸੇ ਰਾਜ ਮਹਿਲਾ ਦੇ ਵਿੱਚ ਨੱਚ ਕੇ ਆ ਰਹੀ ਹੈ, ਕਿਉਂਕਿ ਉਹਦਾ ਕੰਮ ਹੈ ਨੱਚਣਾ ਤੇ ਰਾਜੇ ਨੂੰ ਪ੍ਰਸੰਨ ਕਰਨਾ, ਤੇ ਫਿਰ ਉਹਦੇ ਕੋਲੋਂ ਕੁਝ ਧਨ ਦੌਲਤ ਲੈਣੀ ਤੇ ਆਪਣੇ ਜੀਵਨ ਦਾ ਨਿਰਵਾਹ ਕਰਨਾ। ਹੁਣ ਇੱਕ ਜਿਹੜਾ ਦੁਸ਼ਕਰਮ ਕਰਨ ਵਾਲਾ ਹੈ, ਉਹਨੇ ਧਾਰਮਿਕ ਬਾਹਰ ਲਿਬਾਸ ਪਾਇਆ ਹੈ, ਗਲ ਵਿੱਚ ਮਾਲਾ ਪਾਈ ਹੈ, ਹੱਥ ਵਿੱਚ ਮਾਲਾ ਫੜੀ ਹੈ, 12 ਚਿੰਨ ਧਾਰਮਿਕ ਉਸਨੇ ਤਨ ਤੇ ਲਾਏ ਹੋਏ ਨੇ, ਤੇ ਉਹ ਬੀਬਾ ਆ ਰਹੀ ਹੈ, ਮੈਂ ਤੇ ਬੀਬਾ ਹੀ ਕਹਾਂਗਾ, ਉਹ ਭੈਣ ਆ ਰਹੀ ਹੈ ਆਪਣਾ ਕਾਰਜ ਕਰਕੇ, ਤੇ ਅੱਗੋਂ ਵੇਖਦਾ ਕਹਿੰਦਾ ਕਿੱਥੋਂ ਆਈ ਹੈ, ਕਿੱਥੇ ਚੱਲੀ ਹੈ। ਉਹ ਲੰਘ ਗਈ, ਸ਼ਾਇਦ ਇਹਨੂੰ ਕੋਈ ਭੁਲੇਖਾ ਪੈ ਰਿਹਾ ਹੋਵੇ। ਉਸੇ ਸਮੇਂ ਦੇ ਵਿੱਚ ਦੂਸਰਾ ਦਿਨ ਫੇਰ ਪਿਆ, ਉਹਨੂੰ ਪਤਾ ਸੀ ਇੰਨੇ ਕੁ ਸਮੇਂ ਨਾਲ ਉਸਨੇ ਫਿਰ ਆਉਣਾ, ਉਹ ਰਾਹਾਂ ਦੇ ਵਿੱਚ ਜਾ ਕੇ ਫਿਰ ਖਲੋ ਗਿਆ। ਜਿਵੇਂ ਅੱਜ ਨੌਜਵਾਨਾਂ ਦੀ ਸਾਡੇ ਬੱਚਿਆਂ ਦੀਆਂ ਜੁੰਡਲੀਆਂ ਕਰਦੀਆਂ ਨੇ, ਉਹ ਫਿਰ ਜਾ ਕੇ ਉੱਥੇ ਖਲੋ ਗਿਆ। ਭੈਣ ਫਿਰ ਨੱਚ ਕੇ ਆਪਣਾ ਨਿਰਤਕਾਰੀ ਕਰਕੇ ਆਈ ਤੇ ਉੱਥੋਂ ਲੰਘ ਰਹੀ ਸੀ, ਤੇ ਫਿਰ ਕਹਿੰਦਾ ਕਿੱਥੋਂ ਆਈ ਹੈ, ਕਿੱਥੇ ਚੱਲੀ ਹੈ, ਵੇਂਦੀ ਨਹੀਂ, ਭੱਦਾ ਕਮੈਂਟ ਕਰ ਦਿੱਤਾ। ਫਿਰ ਉਹ ਨੀਵਾਂ ਪਾ ਕੇ ਲੰਘ ਗਈ, ਸ਼ਾਇਦ ਇਹਨੂੰ ਕੋਈ ਭੁਲੇਖਾ ਪੈ ਰਿਹਾ ਹੋ। ਜਦੋਂ ਤੀਸਰਾ ਦਿਨ ਪਿਆ, ਉਹੋ ਹੀ ਭੱਦਾ ਕਮੈਂਟ ਉਹਨੇ ਟਾਈਮ ਤੇ ਉੱਥੇ ਫਿਰ ਖਲੋ ਕੇ ਕਰ ਰਿਹਾ ਸੀ। ਕਹਿਣ ਲੱਗੀ ਬਾਹਰ ਦਾ ਲਿਬਾਸ ਜਿਹੜਾ ਤੁਹਾਡਾ ਦੱਸ ਰਿਹਾ ਹੈ, ਜੋ ਤੁਸੀਂ ਅੰਦਰੋਂ ਹੋ ਉਹ ਬਾਹਰੋਂ ਨਹੀਂ ਹੋ, ਜੋ ਬਾਹਰੋਂ ਹੋ ਤੁਸੀਂ ਅੰਦਰੋਂ ਨਹੀਂ ਹੋ। ਹੁਣ ਮੇਰੀਆਂ ਤੇ ਲਿੰਬਾਂ ਵੇਖ, ਮੈਂ ਆਪਣੇ ਤਨ ਤੇ ਕਿਹੋ ਜਿਹਾ ਸ਼ਿੰਗਾਰ ਕੀਤਾ ਹੈ, ਪੈਰਾਂ 'ਚ ਘੁੰਗਰੂ ਬੰਨੇ ਨੇ, ਮੀਡੀਆਂ ਮੇਰੀਆਂ ਵੇਖ ਕਿਸ ਤਰ੍ਹਾਂ ਦੀਆਂ ਨੇ, ਮੇਰੇ ਤਨ ਦੀ ਪੋਸ਼ਾਕ ਵੇਖ ਕਿਵੇਂ ਦੀ ਹੈ। ਮੇਰਾ ਬਾਹਰ ਦੀ ਪੋਸ਼ਾਕ ਦੱਸਦੀ ਹੈ ਕਿ ਮੈਂ ਇੱਕ ਨਚਾਰ ਤੇ ਨੱਚਣ ਵਾਲੀ ਇਸਤਰੀ ਹਾਂ। ਮੇਰਾ ਇਹ ਲਿਬਾਸ ਤੈਨੂੰ ਦੱਸ ਰਿਹਾ ਹੈ ਕਿ ਮੈਂ ਆਹ ਕੰਮ ਕਰਨ ਵਾਲੀ ਹਾਂ, ਪਰ ਤੇਰਾ ਲਿਬਾਸ ਮੈਨੂੰ ਉਹ ਨਹੀਂ ਦੱਸ ਰਿਹਾ ਵੀ ਜੋ ਤੇਰਾ ਲਿਬਾਸ ਬਾਹਰੋਂ ਹੈ ਤੂੰ ਅੰਦਰੋਂ ਉਹ ਹੀ ਹੈ। ਭਾਈ ਤੂੰ ਬਾਬਾ ਮਿੱਤਰਾ, ਤੂੰ ਅੰਦਰੋਂ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ। ਮੈਂ ਜੋ ਅੰਦਰੋਂ ਹਾਂ ਮੈਂ ਬਾਹਰੋਂ ਵੀ ਉਹ ਹਾਂ, ਤੇਰੇ ਅੰਦਰ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ ਹੈ। ਮੇਰਾ ਸਤਿਗੁਰੂ ਜੀ ਕਹਿੰਦਾ ਹੈ ਬੰਦਿਆ, ਤੇਰੇ ਕੁਝ ਅੰਦਰ ਹੋਰ ਚੱਲਦਾ ਰਹਿੰਦਾ ਹੈ ਤੇ ਬਾਹਰ ਕੁਝ ਹੋਰ ਚੱਲਦਾ ਰਹਿੰਦਾ ਹੈ। ਉੱਥੇ ਬਾਣੀ ਵਿੱਚ ਵੀ ਕਿਹਾ ਹੈ, ਬਾਣੀ ਦੇ ਇਹ ਪਾਵਨ ਸ਼ਬਦ ਨੇ, ਮਾਥੇ ਤਿਲਕ, ਮੱਥੇ ਤੇ ਤਿਲਕ ਲਾਇਆ, ਮਾਥੇ ਤਿਲਕ ਹੱਥ ਮਾਲਾ ਬਾਣਾ। ਬਾਣਾ ਬਾਹਰ ਦਾ ਬੜਾ ਹੈ, ਧਾਰਮਿਕ ਹੈ। ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਿਲਾਉਣਾ ਜਾਣਾ। ਉਹ ਲੋਕਾਂ ਨੇ ਰੱਬ ਨੂੰ ਵੀ ਖਿਡਾਉਣਾ ਸਮਝਿਆ, ਅਣਜਾਣ ਸਮਝਿਆ। ਕੇਵਲ ਬਾਹਰ ਦੇ ਲਿਬਾਸ ਨਾਲ ਹੀ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜੀ। ਮੇਰੇ ਸਤਿਗੁਰੂ ਜੀ, ਰੱਬ ਮੇਰਾ ਮਾਲਕ ਐਵੇਂ ਬਾਹਰ ਦੇ ਲਿਬਾਸ ਨਾਲ ਖੁਸ਼ ਨਹੀਂ ਹੁੰਦਾ। ਬੰਦਿਆ, ਜੋ ਤੇਰੇ ਅੰਦਰ ਹੈ ਉਹ ਤੇਰੇ ਬਾਹਰ ਹੋਵੇ, ਜੋ ਤੇਰੇ ਬਾਹਰ ਹੈ ਉਹ ਤੇਰੇ ਅੰਦਰ ਹੋਵੇ, ਤਾਂ ਰੱਬ ਨੇ ਰੀਝਣਾ ਹੀ। ਮੇਰੇ ਸਤਿਗੁਰੂ ਜੀ ਅੱਜ ਕਹਿ ਰਹੇ ਨੇ, ਰਾਮ ਰਮੈ ਸੋਈ ਰਾਮਾਣਾ, ਜਲ ਥਲ ਮਹੀਲ ਏਕ ਸਮਾਣਾ। ਉਹ ਜਿਹੜਾ ਪ੍ਰਮਾਤਮਾ ਹਰ ਥਾਂ ਤੇ ਰਮਿਆ ਹੋਇਆ ਹੈ। ਰਹਾਓ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੇ। ਅੰਤਰ ਬਿਖ, ਬਿਖ ਮੀਨਸ ਜ਼ਹਿਰ, ਅੰਮ੍ਰਿਤ ਤੋਂ ਭਾਵ ਹੈ ਦੂਸਰਿਆਂ ਨੂੰ ਆਤਮਿਕ ਜੀਵਨ ਦੀਆਂ ਗੱਲਾਂ ਸੁਣਾਉਣੀਆਂ ਤੇ ਆਪਣੇ ਅੰਦਰ ਜ਼ਹਿਰ ਘੁਲਦੇ ਰਹਿਣਾ। ਦੂਸਰਿਆਂ ਨੂੰ ਕਹਿਣਾ ਵੀ ਵਾਹ, ਦੂਸਰਿਆਂ ਨੂੰ ਉਪਦੇਸ਼ ਦੇਣਾ ਪਰ ਆਪ ਨਾ ਕਮਾਉਣਾ, ਆਪ ਉਹਦੇ ਉੱਤੇ ਅਮਲ ਨਾ ਕਰਨਾ। ਅੰਤਰ ਬਿਖ, ਅੰਦਰ ਜ਼ਹਿਰ, ਮੁਖ ਮੂੰਹ ਦੇ ਵਿੱਚ ਅੰਮ੍ਰਿਤ ਸੁਣਾਵੇ। ਆਤਮਿਕ ਜੀਵਨ ਦੀਆਂ ਗੱਲਾਂ ਕਰਦਾ ਹੈ
ਜਮਪੁਰ ਬਾਧਾ ਚੋਟਾਂ ਖਾਵੇ। ਜਮਪੁਰ ਮੇਰੇ ਸਾਹਿਬ ਜੀ ਕਹਿੰਦੇ ਨੇ ਤੈਨੂੰ ਜਮਾਂ ਦੀ ਪੁਰੀ ਦੇ ਵਿੱਚ ਬੰਨ ਕੇ, ਜਿਵੇਂ ਚੋਰ ਸੰਨ ਤੋਂ ਫੜਿਆ ਹੋਇਆ ਉਹਨੂੰ ਪੁੱਠਾ ਲਟਕਾ ਕੇ ਉਹਦੇ ਪੈਰਾਂ ਵਿੱਚ ਸੋਟੀਆਂ ਮਾਰੀਆਂ ਜਾਂਦੀਆਂ ਨੇ ਨਾ, ਮੇਰੇ ਸਾਹਿਬ ਜੀ ਕਹਿੰਦੇ ਨੇ ਜੇ ਤੂੰ ਬੰਦਿਆ ਐਵੇਂ ਜੇ ਪਖੰਡ ਰਚਾਈ ਬੈਠਾ ਹੈ, ਅੰਦਰ ਬਹਿ ਕੇ ਕੁਝ ਹੋਰ ਤੇ ਬਾਹਰ ਵਿਖਾਵਾ ਹੋਰ ਕਰਦਾ ਹੈ, ਸੰਨ ਲੱਗੀ ਹੋਈ ਚੋਰ ਨੂੰ ਜਿਵੇਂ ਫੜ ਕੇ ਸਦਾਵਾਂ ਦਿੱਤੀਆਂ ਜਾਂਦੀਆਂ ਨੇ, ਤੈਨੂੰ ਵੀ ਐਵੇਂ ਹੀ ਮਿਲਣੀਆਂ ਨੇ। ਕਿਉਂ ਜੀ ਮਿਲਣੀਆਂ ਨੇ? ਇੱਥੇ ਇਹ ਵੀ ਪੁੱਛਣਾ ਪਏਗਾ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਇਉਂ ਮਿਲਣੀਆਂ ਨੇ। ਇਉਂ ਕਿਵੇਂ? ਅਨਕ ਪੜਦੇ ਮਹਿ ਕਮਾਵੇ ਵਿਕਾਰ। ਤੂੰ ਬੜੇ ਪਰਦਿਆਂ ਦੇ ਵਿੱਚ ਵਿਕਾਰ ਦੁਸ਼ਕਰਮ ਕਰਦਾ ਹੈ, ਨੀਚ ਕਰਮ ਕਰਦਾ ਹੈ, ਮਾੜੇ ਕੰਮ ਕਰਦਾ ਹੈ, ਕਿਉਂਕਿ ਤੂੰ ਸਮਝਣਾ ਕਿ ਰੱਬ ਵੇਖ ਹੀ ਨਹੀਂ ਰਿਹਾ। ਅਨਕ ਪੜਦੇ ਮਹਿ ਕਮਾਵੇ ਵਿਕਾਰ। ਖਿਨ ਮੈਂ ਪ੍ਰਗਟ ਹੋਏ ਸੰਸਾਰ। ਖਿਨ ਇੱਕ ਅੱਖ ਦੇ ਚਮਕਣ ਜਿਤਨੇ ਮਿੰਟ ਦੇ ਵਿੱਚ ਤੇਰੀ ਗੱਲ ਲੀਕ ਆਊਟ ਹੋ ਗਈ ਤੇ ਗੱਲ ਗਈ ਬਸ। ਕਹਿੰਦੇ ਨੇ ਰੋਕੀ ਰੱਖ, ਲੀਕ ਆਊਟ ਗੱਲ ਨਾ ਹੋ ਜਾਏ, ਪਤਾ ਨਾ ਲੱਗ ਜਾਏ, ਪਰ ਪਤਾ ਲੱਗ ਜਾਂਦਾ ਹੀ। ਜਿਹੜੀ ਫੁੱਲਾਂ ਦੀ ਖੁਸ਼ਬੂ ਜਿੰਨਾ ਮਰਜ਼ੀ ਰੋਕੀ ਜਾਏ ਨੇ ਨਹੀਂ ਰੁਕਣਾ। ਇਸ਼ਕ ਮੁਸ਼ਕ ਕਿਤੇ ਲੁਕਾਇਆ ਲੁਕਦਾ ਨਹੀਂ। ਦੁਸ਼ਕਰਮ ਕਰਮ ਕਰਨ ਵਾਲਿਆ, ਠੱਗੀਆਂ ਮਾਰਨ ਵਾਲਿਆ, ਇਹ ਕਦੀ ਠੱਗੀਆਂ ਤੇਰੀਆਂ ਲੁਕ ਨਹੀਂ ਸਕਦੀਆਂ, ਛੁਪ ਨਹੀਂ ਸਕਦੀਆਂ। ਖਿਨ ਮਹਿ ਪ੍ਰਗਟ ਹੋਏ ਸੰਸਾਰ। ਕਿਉਂਕਿ ਮੇਰਾ ਸਾਹਿਬ ਕਹਿ ਰਿਹਾ ਬਾਹਰ ਭੇਖ ਅੰਤਰ ਮਲ ਮਾਇਆ। ਸੁਖਮਨੀ ਰੋਜ਼ ਪੜ੍ਹਦੇ ਆ। ਛਪਸ ਨਾਹੀ ਕਛ ਕਰੈ ਛਪਾਇਆ। ਜਿੰਨਾ ਮਰਜੀ ਛਪਾਈ ਜਾ, ਛੁਪ ਨਹੀਂ ਸਕਦੀਆਂ ਚੀਜ਼ਾਂ। ਬਾਹਰ ਗਿਆਨ ਧਿਆਨ ਇਸ਼ਨਾਨ। ਬਾਹਰ ਬੜੀਆਂ ਗਿਆਨ ਧਿਆਨ ਦੀਆਂ ਗੱਲਾਂ ਕਰਦਾ, ਤੀਰਥਾਂ ਨਹਾਉਣ ਦੀਆਂ ਗੱਲਾਂ ਕਰਦਾ, ਬਾਹਰ ਬੜੇ ਤਿਲਕ ਛਿਲਕ ਲਾਏ ਹੋਏ ਨੇ। ਅੰਤਰ ਵਿਆਪੈ, ਅੰਦਰ ਤੇਰੇ ਵਿਆਪੈ ਮੀਨਸ ਜ਼ੋਰ ਪਾਇਆ ਹੋਇਆ। ਕਿੰਨੇ? ਲੋਭ ਸਵਾਨ। ਸਵਾਨ ਰੂਪੀ ਕੁੱਤੇ ਨੇ। ਸਵਾਨ ਮੀਨਸ ਲੋਭ। ਲੋਭ ਰੂਪੀ ਜਿਹੜਾ ਕੁੱਤਾ ਹੈ ਉਹ ਤੇਰੇ ਅੰਦਰ ਬੈਠਾ, ਤੇਰੇ ਭਜਾਈ ਫਿਰਦਾ, ਕੁਦਰੇ ਨਹੀਂ ਤੈਨੂੰ ਟਿਕਣ ਦਿੰਦਾ। ਅੰਤਰ ਅਗਨ, ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ। ਬਾਹਰ ਤਨ ਸਵਾ, ਬਾਹਰ ਤੋਂ ਸਵਾ ਮਲੀ ਫਿਰਦਾ ਹੈ। ਗਲ ਪਾਥਰ ਕੈਸੇ ਤਰੈ ਅਥਾ। ਗਲ ਜੇ ਕਿਸੇ ਨੂੰ ਡੁੱਬਣਾ ਹੋਵੇ ਨਾ, ਉਹਦੇ ਪੱਥਰ ਬੰਨ ਦਈਏ ਤੇ ਉਹਨੂੰ ਪਾਣੀ 'ਚ ਡੁੱਬ ਜਾਂਦਾ, ਕਿਉਂਕਿ ਪੱਥਰ ਭਾਰਾ ਹੁੰਦਾ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਤੂੰ ਪਾਪਾਂ ਦਾ ਭਾਰ ਆਪਣੇ ਪੱਥਰ ਦੇ ਨਿਆਈ ਗਲ ਵਿੱਚ ਆਪਣੇ ਸਿਰ ਤੇ ਬੰਨ ਲਿਆ ਹੈ, ਤੇ ਤੂੰ ਕਵੇਂ ਹੁਣ ਪੱਥਰ ਦੇ ਨਿਆਈ ਪਾਪ ਬੰਨੀ ਬੈਠਾ ਹੈ, ਤੇ ਕਵੇਂ ਸੰਸਾਰ ਭਵ ਸਾਗਰ ਤੋਂ ਤਰ ਜਾਵਾਂ, ਨਹੀਂ ਤਰੇਗਾ। ਜੇ ਪੱਥਰ ਬੰਨ ਕੇ ਕਿਸੇ ਨੂੰ ਪਾਣੀ ਵਿੱਚ ਸੁੱਟ ਦਈਏ ਤੇ ਉਹ ਡੁੱਬ ਜਾਂਦਾ, ਉਹ ਤਰਦਾ ਨਹੀਂ। ਤੇ ਬੰਦਿਆ ਜੇ ਤੂੰ ਪਾਪ ਕਰ ਕਰਕੇ ਆਪਣੇ ਗਲ ਦੇ ਵਿੱਚ ਗਲ ਤੇ ਪੱਥਰਾਂ ਦਾ ਭਾਰ ਮਨ ਪਾਪਾਂ ਦਾ ਭਾਰ ਪਾ ਲਿਆ ਏ, ਤੂੰ ਤਰ ਨਹੀਂ ਸਕਦਾ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਪਏ ਨੇ। ਅੰਤਰ ਸਾਚ ਨਾਮ ਇਸ ਰਾਤਾ। ਸਾਚ ਸਥਿਰ ਰਹਿਣ ਵਾਲਾ ਪ੍ਰਮਾਤਮਾ, ਨਾਮ ਦੇ ਵਿੱਚ, ਜਿਸ ਦੇ ਅੰਦਰ ਪ੍ਰਮਾਤਮਾ ਦਾ ਨਾਮ ਹੈ, ਜਿਹੜਾ ਪ੍ਰਮਾਤਮਾ ਦੇ ਵਿੱਚ ਰੰਗਾਂ ਵਿੱਚ ਰੰਗਿਆ ਗਿਆ, ਜਿਹੜਾ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਗਿਆ, ਫਿਰ ਕੀ ਹੁੰਦਾ ਬਾਪੂ? ਨਾਨਕ ਤਿਸ ਕਿਰਪਾਲ ਵਿਧਾਤਾ। ਵਿਧਾਤਾ ਕਹਿੰਦੇ ਨੇ ਉਹ ਪ੍ਰਭੂ ਜਿਹੜਾ ਸਿਰਜਣਹਾਰ ਹੈ। ਨਾਨਕ ਆਖਦਾ ਹੈ ਉਹ ਮਿਹਰਬਾਨ ਕਿਰਪਾਲੂ ਦਾਤਾ, ਕਿਰਪਾ ਕਰ ਦਿੰਦਾ ਹੈ, ਮਹਿਰਮਤਾਂ ਕਰ ਦਿੰਦਾ ਹੈ, ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਹੋ ਜਾਵੇ। ਮਨ ਸਾਚਾ ਮੁਖ ਸਾਚਾ ਸੋਏ। ਜੋ ਮਨ ਵਿੱਚ ਹੈ ਉਹ ਮੁਖ ਵਿੱਚ ਹੋਵੇ, ਜੋ ਮੁਖ ਵਿੱਚ ਹੈ ਉਹ ਮਨ ਵਿੱਚ ਹੋਵੇ। ਤੇ ਫਿਰ ਕੀ ਹੁੰਦਾ ਹੈ? ਗੁਰੂ ਕਿਰਪਾ ਕਰਦਾ ਹੈ। ਨਾਨਕ ਤਿਸ ਕਿਰਪਾਲ ਵਿਧਾਤਾ। ਵਿਧਾਤਾ ਦਾ ਅਰਥ ਕਰਾਂਗੇ ਉਹ ਪ੍ਰਭੂ ਸਿਰਜਣਹਾਰ, ਮਹਿਰਾਮਤਾਂ ਦੇ ਘਰ ਵਿੱਚ ਆ ਕੇ ਮਹਿਰਾਮਤਾਂ ਕਰ ਦਿੰਦਾ ਹੈ। ਉਹ ਫਿਰ ਲੋਕ ਤੇ ਪਰਲੋਕ ਸਵਾਰ ਦਿੰਦਾ ਹੈ। ਪਰ ਅੱਜ ਮੇਰਾ ਸਾਹਿਬ ਜੀ ਸਾਨੂੰ ਇਹੋ ਹੀ ਸਾਰੇ ਸ਼ਬਦ ਵਿੱਚ ਕਿਹਾ ਹੈ ਕਿ ਜੋ ਮਨੁੱਖ ਤੇਰੇ ਅੰਦਰ ਹੈ ਉਹਨੂੰ ਤੂੰ ਛਪਾਉਣ ਵਿੱਚ ਲੱਗਾ ਹੋਇਆ ਹੈ। ਜੋ ਹੈ ਨਹੀਂ ਉਹਨੂੰ ਵਿਖਾਉਣ ਵਿੱਚ ਲੱਗਾ ਹੈ, ਜੋ ਹੈ ਉਹਨੂੰ ਛਪਾਉਣ ਵਿੱਚ ਲੱਗਾ ਰਹਿਣਾ ਹੈ। ਤੇ ਇਸੇ ਤਰ੍ਹਾਂ ਤੋਂ ਸਾਰੀ ਆਪਣੀ ਉਮਰ ਗੁਜ਼ਾਰ ਬਹਿਣਾ ਹੈ।
ਗੁਰੂ ਕਿਰਪਾ ਕਰੇ ਸਦੇ ਚਾਨਣਾ ਸਾਡੇ ਅੰਦਰ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ, ਆਪਾਂ ਲੜੀਵਾਰ ਸ਼ਬਦ ਦੀ ਵਿਚਾਰ ਕੀਤੀ ਹੈ। ਹੁਣ ਸਾਡੇ ਪੰਥ ਦੇ ਮਹਾਨ ਵਿਦਵਾਨ, ਜਿਨ੍ਹਾਂ ਦੇ ਗਲੇ ਦੇ ਵਿੱਚ ਰਸ, ਜਿਨ੍ਹਾਂ ਦੇ ਸ਼ਬਦਾਂ ਦੇ ਵਿੱਚ ਉਹ ਆਨੰਦ, ਜਿਨ੍ਹਾਂ ਨੂੰ ਸੁਣ ਕੇ ਮਨ ਵਿੱਚ ਵਿਕਾਸ ਆਉਂਦਾ, ਮਨ ਵਿੱਚ ਖੜਾਵ ਆਉਂਦਾ ਹੈ ਤੇ ਰੱਬ ਦੇ ਨਾਮ ਦੇ ਨਾਲ ਸਾਡੀ ਬਣ ਆਉਂਦੀ ਹੈ, ਉਹ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਆਪਣੇ ਸੰਗੀਆਂ ਸਾਥੀਆਂ ਨਾਲ ਕਵੀਸ਼ਰੀ ਜਥਾ ਪਹੁੰਚ ਚੁੱਕਾ ਹੈ। ਆਓ ਆਪਾਂ ਉਹਨਾਂ ਪਾਸੋਂ ਗੁਰੂ ਇਤਿਹਾਸ ਨੂੰ ਸਰਵਣ ਕਰਨਾ ਹੈ। ਜਿਵੇਂ ਗਾ ਕੇ ਸੁਣਾਉਂਦੇ ਨੇ, ਫਿਰ ਨਾਲ ਵਿਚਾਰ ਕਰਕੇ ਸੁਣਾਉਂਦੇ ਨੇ, ਜਿੱਥੇ ਸਾਡਾ ਤਨ ਹੈ ਮਨ ਦਾ ਟਿਕਾ ਬਣਾ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ